ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਖਾਲਸੇ ਦੀ ਸੰਪੂਰਨਤਾ ਦਿਵਸ ਜਿਹਨੂੰ ਅਸੀਂ ਵਿਸਾਖੀ ਕਹਿੰਦੇ ਹਾਂ, ਜਿਹਦੀ ਸ਼ੁਰੂਆਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ। 230 ਸਾਲ ਦਾ ਲੰਬਾ ਸਫ਼ਰ ਤੈਅ ਕਰਕੇ ਇਹ ਖਾਲਸੇ ਨੂੰ ਸੰਪੂਰਨਤਾ ਦੇ ਉੱਤੇ ਜੋ ਨਿਰਮਲ ਪੰਥ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਲਾਇਆ ਸੀ, ਉਸ ਨਿਰਮਲ ਪੰਥ ਨੂੰ ਖਾਲਸਾ ਪੰਥ ਵਿੱਚ ਗੁਰੂ ਪਾਤਸ਼ਾਹ 'ਚ ਤਬਦੀਲ ਕੀਤਾ। ਉਹ ਸਾਰਾ ਸਬਜੈਕਟ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਸਹਿਜੇ ਦੇ ਚੋ ਖਾਲਸਾ ਦਾ ਵਿਸ਼ਾ ਲੈ ਕੇ ਸਾਡੇ ਕੋਲ ਹਾਜ਼ਰ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਕਲਾਸ ਸ਼ੁਰੂ ਕਰਨ। ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਹੋ, ਉਹਨਾਂ ਨੂੰ ਕਹਿੰਦੇ ਆ ਵੀ ਅੱਜ ਦੀ ਕਲਾਸ ਸ਼ੁਰੂ ਕਰਨ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵੀਰ ਜੀ ਟਾਈਮ ਕਿੰਨਾ ਹੋਣਾ ਚਾਹੀਦਾ? ਵਾਹਿਗੁਰੂ ਜੀ ਕੀ ਫਤਿਹ। ਟਾਈਮ ਜਰਾ ਦੱਸਿਓ। ਪ੍ਰਿੰਸੀਪਲ ਸਾਹਿਬ 50 ਮਿੰਟ ਟਾਈਮ ਹੈ, ਤੁਸੀਂ 5-7 ਮਿੰਟ ਵੈਸੇ ਵੱਧ ਲਾਉਣੇ, 50 ਲਾ ਲਓ, ਤੁਸੀਂ 55 ਲਾ ਲਓ ਤਾਂ ਵੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਦਸ਼ਾਹ ਦਰਵੇਸ਼ ਦੋ ਜਹਾਨਾਂ ਦੇ ਵਾਲੀ ਸਾਹਿਬ ਕਮਾਲ ਕਾਮਲੁਲ ਅਖਲਾਕ ਵਰਦੋ ਆਲਮ ਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਕਲਾਸ ਵਿੱਚ ਸ਼ਾਮਲ ਦੇਸ਼ਾਂ ਪ੍ਰਦੇਸ਼ਾਂ ਦੇ ਸਮੂਹ ਵੀਰ ਭੈਣ, ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਦਾ ਹਾਂ ਅੱਜ ਦੇ ਇਸ ਮੁਬਾਰਕ ਦਿਹਾੜੇ ਤੇ, ਜਿਸ ਮੁਬਾਰਕ ਦਿਹਾੜੇ ਨੂੰ ਖਾਲਸਾ ਪੰਥ ਵਿੱਚ ਖਾਲਸਾ ਪੰਥ ਜੀ ਦਾ ਪ੍ਰਕਾਸ਼ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ, ਜਿਹਨੂੰ ਅਸੀਂ ਵਿਸਾਖੀ ਕਹਿੰਦੇ ਹਾਂ। ਇਸ ਦਿਨ ਸਰਬੰਸਦਾਨੀ ਦਸ਼ਮੇਸ਼ ਪਿਤਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲਾਏ ਹੋਏ ਨਿਰਮਲ ਪੰਥ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਸੀ। ਸੋ ਉਸ ਮਹਾਨ ਇਤਿਹਾਸਕ ਘਟਨਾ, ਜਿਸ ਘਟਨਾ ਨੇ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਬਦਲ ਕੇ ਰੱਖ ਦਿੱਤੀ, ਉਸ ਖਾਲਸੇ ਸੰਬੰਧੀ ਅੱਜ ਨਿਯਤ ਸਮੇਂ ਦੇ ਲਈ ਕੁਝ ਵਿਚਾਰ ਸਹਿਜੇ ਰਚਿਓ ਖਾਲਸਾ ਦੇ ਵਿਸ਼ੇ ਤੇ ਆਪ ਜੀ ਨਾਲ ਸਾਂਝੇ ਕਰਨ ਲੱਗਾ ਹਾਂ। ਜਦੋਂ ਅਸੀਂ ਸੰਸਾਰ ਦੇ ਧਰਮਾਂ ਦੀ ਕੰਪੈਰੇਟਿਵ ਸਟੱਡੀ ਕਰਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਈਸਾਈ, ਮੁਸਾਈ, ਯਹੂਦੀ ਤੇ ਇਸਲਾਮ ਮਤ ਦੀ ਇਹ ਧਾਰਨਾ ਹੈ ਜੋ ਕਿ ਹਦੀਸਾਂ ਵਿੱਚ ਵੀ ਅੰਕਿਤ ਕੀਤੀ ਗਈ ਹੈ ਕਿ ਖੁਦਾ ਅੱਲਾਹ ਤਾਲਾ ਨੇ ਦੁਨੀਆ ਦਾ ਜੋ ਸਭ ਤੋਂ ਪਹਿਲਾ ਮਨੁੱਖ ਪੈਦਾ ਕੀਤਾ, ਉਸ ਨੂੰ ਬਣਾਉਣ ਦੇ ਲਈ ਖੁਦਾ ਨੂੰ 230 ਸਾਲ ਦਾ ਸਮਾਂ ਲੱਗਿਆ। 230 ਸਾਲ ਦਾ ਸਮਾਂ ਲਾ ਕੇ ਉਹ ਖੁਦਾ ਅੱਲਾਹ ਤਾਲਾ ਨੇ ਆਦਮ ਦੀ ਸਿਰਜਣਾ ਕੀਤੀ। ਬਾਈਬਲ ਵਿੱਚ ਲਿਖਿਆ ਹੈ ਕਿ ਇੱਕ ਦਿਨ ਆਦਮ ਸੁੱਤਾ ਪਿਆ ਸੀ, ਖੁਦਾ ਨੇ ਉਹਦੀ ਖੱਬੀ ਵੱਖੀ ਦੇ ਵਿੱਚੋਂ ਪਸਲੀ ਕੱਢ ਕੇ ਇੱਕ ਔਰਤ ਪੈਦਾ ਕੀਤੀ, ਜਿਸ ਨੂੰ ਹਵਾ ਕਿਹਾ ਜਾਂਦਾ ਹੈ। ਆਦਮ ਤੇ ਹਵਾ ਦੀ ਇਸ ਸੁਭਾਗੀ ਜੋੜੀ ਨੂੰ ਖੁਦਾ ਨੇ ਸਵਰਗਾਂ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ। ਪਰ ਜਿਸ ਤਰ੍ਹਾਂ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਉਹਨਾਂ ਤੇ ਇੱਕ ਸ਼ਰਤ ਆਇਦ ਕੀਤੀ ਗਈ ਕਿ ਉਹ ਗਿਆਨ ਦਾ ਫਲ ਨਹੀਂ ਖਾਣਗੇ। ਸਾਖੀ ਨੂੰ ਨਾ ਲਮਕਾਉਂਦਿਆਂ ਹੋਇਆਂ ਅੰਤ ਸ਼ੈਤਾਨ ਨੇ ਇਸ ਸੁਭਾਗੀ ਜੋੜੀ ਨੂੰ ਗੁੰਮਰਾਹ ਕੀਤਾ ਤੇ ਉਹਨਾਂ ਨੇ ਵਰਜਿਤ ਫਲ ਖਾ ਲਿਆ, ਜਿਸ ਕਰਕੇ ਉਹ ਸਵਰਗਾਂ ਦੇ ਵਿੱਚੋਂ ਕੱਢੇ ਗਏ। ਇਸ ਸਾਖੀ ਦਾ ਦ੍ਰਿਸ਼ਟਾਂਤ ਦੇ ਕੇ ਬਾਬਾ ਕਬੀਰ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਆਦਮ ਤੇ ਹਵਾ ਦਾ ਦੇ ਕੇ, ਜਿਸ ਤਰ੍ਹਾਂ ਆਦਮ ਤੇ ਹਵਾ ਦਾ ਦ੍ਰਿਸ਼ਟਾਂਤ ਦੇ ਕੇ ਬਾਬਾ ਜੀ ਨੇ ਸਮਝਾਇਆ ਕਿ ਜੇ ਇਨਸਾਨ ਤੂੰ ਖੁਦਾ ਅੱਲਾਹ ਤਾਲਾ ਦੇ ਹੁਕਮ ਵਿੱਚ, ਭਾਣੇ ਵਿੱਚ ਅਥਵਾ ਰਜਾ ਵਿੱਚ ਨਹੀਂ ਰਹੇਗਾ ਤਾਂ ਤੂੰ
ਉਸ ਸੱਚਖੰਡੀ ਮਿਲਾਪ ਵਾਲੀ ਅਵਸਥਾ ਦਾ ਮਾਲਕ ਨਹੀਂ ਬਣ ਸਕੇਗਾ। ਭੈਰੋਂ ਰਾਗ ਵਿੱਚ ਬਾਬਾ ਕਬੀਰ ਜੀ ਦੇ ਪਾਵਨ ਬਚਨ ਹਨ। ਬਾਬਾ ਆਦਮ ਕੋ ਕਿਛ ਨਦਰ ਦਿਖਾਈ, ਉਨ ਭੀ ਪਿਸ਼ਟ ਕਨੇਰੀ ਖਾਈ। ਜਿਸ ਆਦਮ ਨੂੰ ਬਣਾਉਣ ਲਈ ਖੁਦਾ ਅੱਲਾਹ ਤਾਲਾ ਨੇ 230 ਸਾਲ ਦਾ ਸਮਾਂ ਲਾਇਆ, ਉਹਨੂੰ ਗਿਆਨ ਦਾ ਫਲ ਖਾਣ ਤੋਂ ਮਨਾਹੀ ਕੀਤੀ ਗਈ ਸੀ, ਜੋ ਕਿ ਬਹੁਤ ਵੱਡੀ ਘਾਟ ਸੀ। ਸੋ ਇਸ ਘਾਟ ਨੂੰ ਪੂਰਾ ਕਰਨ ਲਈ ਅਤੇ ਆਦਮ ਦੀ ਸੰਤਾਨ ਨੂੰ ਜਾਂ ਮਨੁੱਖਤਾ ਨੂੰ ਸੰਪੂਰਨਤਾ ਬਖਸ਼ਣ ਲਈ ਖੁਦਾ ਅੱਲਾਹ ਤਾਲਾ ਜਾਂ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਫਿਰ ਖੁਦਾ ਅੱਲਾਹ ਤਾਲਾ ਨੂੰ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਪਿਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਉਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਸੰਸਾਰ ਵਿੱਚ ਪ੍ਰਗਟ ਹੋਏ। ਭਾਈ ਨੰਦ ਲਾਲ ਸਿੰਘ ਜੀ ਦੇ ਬਚਨ ਹਨ, ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਜਾਂ ਪਾਵਨ ਬਾਣੀ ਦਾ ਵੀ ਬਚਨ ਹੈ, ਆਪ ਨਾਰਾਇਣ ਕਲਾਧਾਰ ਜਗ ਮੈਂ ਪ੍ਰਵਰਿਓ। ਸੋ ਜੋਤ ਰੂਪ ਹਰ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ 1469 ਤੋਂ ਲੈ ਕੇ 1699 ਸਨ ਤੱਕ ਪੂਰਾ 230 ਸਾਲ ਦਾ ਸਮਾਂ ਲਾ ਕੇ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਖਾਲਸੇ ਦੇ ਰੂਪ ਵਿੱਚ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਦੂਜਿਆਂ ਦਾ ਕਥਨ ਹੈ ਕਿ ਗੁਰਵਰ ਅਕਾਲ ਕੇ ਹੁਕਮ ਸਿਓ ਉਪਜਿਓ ਵਿਗਿਆਨਾ, ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ। ਸਾਮੀ ਵਿਚਾਰਧਾਰਾ ਵਾਲੇ ਆਦਮ ਉੱਤੇ ਗਿਆਨ ਦਾ ਫਲ ਖਾਣ ਦੀ ਪਾਬੰਦੀ ਆਇਦ ਕੀਤੀ ਗਈ ਸੀ, ਪਰ ਗੁਰੂ ਨਾਨਕ ਪਾਤਸ਼ਾਹ ਦੁਆਰਾ ਸਿਰਜੇ ਸੰਪੂਰਨ ਮਨੁੱਖ ਦੇ ਲਈ ਗਿਆਨ ਦਾ ਫਲ ਜ਼ਰੂਰੀ ਕਰਾਰ ਦਿੱਤਾ ਗਿਆ। ਸਤਿਗੁਰੂ ਦੇ ਪਾਵਨ ਬਚਨ, ਮਨ ਵੈਰਾਗੀ ਘਰ ਵਸੈ, ਸੱਚ ਭੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ, ਬਹੁੜ ਭੂਖ ਨਾ ਹੋਏ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਮਹਿਮਾ ਬਿਆਨ ਕਰਦੇ ਹੋਏ ਜੋ ਵਚਨ ਖਾਲਸੇ ਲਈ ਆਪਣੇ ਮੁਬਾਰਕ ਮੁਖ ਤੋਂ ਉਚਾਰਨ ਕੀਤੇ ਸਨ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਪਾਤਸ਼ਾਹ ਦਾ ਇਹ ਹੁਕਮ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਅਰਥਾਤ ਖਾਲਸਾ ਜਨਮਿਆ ਨਹੀਂ, ਸਗੋਂ ਖਾਲਸਾ ਪ੍ਰਗਟਿਆ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਜੋ ਜਨਮੈ ਸੋ ਜਾਨੋ ਮੂਆ। ਭਾਵ ਜਿਸ ਇਨਸਾਨ ਦਾ ਜਨਮ ਹੋਇਆ ਹੈ ਉਹਦੀ ਮੌਤ ਵੀ ਅਵੱਸ਼ ਹੋਏਗੀ। ਇਸ ਲਈ ਜੇ ਖਾਲਸੇ ਦਾ ਜਨਮ ਦਿਹਾੜਾ ਆਖਾਂਗੇ ਵਿਸਾਖੀ ਨੂੰ, ਤਾਂ ਜਨਮ ਲੈਣ ਵਾਲੇ ਦੀ ਮੌਤ ਵੀ ਅਵੱਸ਼ ਹੋਵੇਗੀ। ਪਰ ਖਾਲਸੇ ਦਾ ਪ੍ਰਕਾਸ਼ ਸੰਸਾਰ ਵਿੱਚ ਇੱਕ ਅਨੋਖੀ ਤੇ ਵਿਚਿੱਤਰ ਘਟਨਾ ਹੈ, ਕਿਉਂਕਿ ਸੰਸਾਰੀ ਜੀਵਾਂ ਦਾ ਅੰਤ ਮੌਤ ਨਾਲ ਹੋ ਜਾਂਦਾ ਹੈ, ਪਰ ਖਾਲਸੇ ਦਾ ਜਨਮ ਮੌਤ ਵਿੱਚੋਂ ਹੋਇਆ ਹੈ। 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਜੀ ਨੇ ਖੰਡੇ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕੀਤਾ। ਖੰਡੇ ਦਾ ਅਰਥ ਹੈ ਮੌਤ, ਭਾਵ ਖੰਡ ਕਰਨ ਵਾਲੀ ਤੇਗ ਦੀ ਧਾਰ ਵਿੱਚੋਂ ਪਰਖਣ ਤੋਂ ਬਾਅਦ ਖਾਲਸੇ ਦੀ ਸਾਜਨਾ ਦਾ ਐਲਾਨ ਕੀਤਾ ਗਿਆ। ਕਿਉਂਕਿ ਇਸ ਐਲਾਨ ਤੋਂ ਪੂਰੇ 230 ਸਾਲ ਪਹਿਲਾਂ ਜੋ ਪਹਿਲੇ ਜਾਮੇ ਵਿੱਚ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਰਤ ਲਾਈ ਸੀ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਸ਼ਾਦਾਸ ਹੋ ਸਭਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਜਾਂ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇਹ ਸ਼ਰਤ ਹੀ ਪਹਿਲੀ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਖਾਲਸਾ ਕੋਈ ਵਿਅਕਤੀ ਨਹੀਂ, ਸਗੋਂ ਖਾਲਸਾ ਇੱਕ ਸ਼ਕਤੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਸਰਬ ਸ਼ਕਤੀਮਾਨ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਨੇਕ ਹੈ ਫਿਰ ਏਕ ਹੈ ਵਾਲੇ ਸਰਗੁਣ ਸਰੂਪ ਦਾ ਇੱਕ ਪ੍ਰਤੱਖ ਮਾਡਲ ਹੈ ਖਾਲਸਾ, ਜਿਸ ਬਾਰੇ ਦਸ਼ਮੇਸ਼ ਪਿਤਾ ਦਾ ਆਪਣਾ ਇਹ ਦਾਵਾ ਹੈ ਕਿ ਆਤਮ ਰਸ ਜੈ ਜਾਨਹੀ, ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ, ਰੰਚਕ ਨਾਹੀ ਭੇਵ। ਇਹ ਲਈ ਖਾਲਸਾ ਸਤਿਗੁਰੂ ਦਾ ਖਾਸ ਰੂਪ ਹੈ। ਖਾਲਸਾ ਸੰਤ ਤੇ ਸਿਪਾਹੀ, ਰਾਜ ਤੇ ਜੋਗ, ਧਰਮ ਤੇ ਰਾਜਨੀਤੀ,
ਤੇ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਖਾਲਸਾ ਮੇਰਾ ਇੱਕ ਸਰੀਰ ਨਹੀਂ, ਸਗੋਂ ਸ਼ੁਭ ਗੁਣਾਂ ਦਾ ਸਮੂਹ ਹੈ। ਖਾਲਸੇ ਦੀ ਸਿਰਜਣਾ ਕਰਨ ਵਾਲੇ ਪੰਥ ਦੇ ਵਾਲੀ ਦਾ ਖਾਲਸੇ ਲਈ ਇਹ ਫਰਮਾਨ ਹੈ, ਖਾਲਸਾ ਮੇਰੋ ਬੁੱਧ ਅਰ ਗਿਆਨ, ਖਾਲਸੇ ਕਾਹੋਂ ਧਰੋਂ ਧਿਆਨ। ਆਓ ਹੁਣ ਇਸ ਗੱਲ ਨੂੰ ਸਮਝੀਏ ਕਿ ਖਾਲਸੇ ਦਾ ਅਰਥ ਕੀ ਹੈ। ਦਰਅਸਲ ਖਾਲਸਾ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ। ਮੁਗਲ ਕਾਲ ਵਿੱਚ ਜਿਹੜੀ ਫੌਜ ਜਾਂ ਜਿਹੜੀ ਜਾਇਦਾਦ ਸਿੱਧੀ ਬਾਦਸ਼ਾਹ ਦੇ ਕੰਟਰੋਲ ਵਿੱਚ ਹੁੰਦੀ ਸੀ, ਉਸ ਨੂੰ ਖਾਲਸਾ ਜਾਇਦਾਦ ਜਾਂ ਖਾਲਸਾ ਫੌਜ ਆਖਿਆ ਜਾਂਦਾ ਸੀ। ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਖਾਲਸਾ ਪੰਥ ਨੂੰ ਉਸੇ ਵਕਤ ਇੱਕੋ ਹੈ ਭਾਈ ਇੱਕੋ ਹੋਏ ਦਾ ਸਿਧਾਂਤ ਦ੍ਰਿੜ ਕਰਵਾ ਕੇ ਇੱਕ ਅਕਾਲ ਦੇ ਲੜ ਲਾ ਕੇ ਇਹ ਗੁੜਤੀ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਢਾਵੇ। ਇਸ ਲਈ ਖਾਲਸੇ ਦਾ ਸਿੱਧਾ ਸੰਬੰਧ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ ਗਿਆ। ਔਰ ਪਹਿਲੇ ਜਾਮੇ ਤੋਂ ਹੀ ਖਾਲਸਾ ਕਿਸੇ ਵਿਅਕਤੀ ਦਾ ਪੁਜਾਰੀ ਨਹੀਂ, ਕਿਸੇ ਸ਼ਕਤੀ ਦਾ ਪੁਜਾਰੀ ਨਹੀਂ, ਕਿਸੇ ਦੇਵੀ ਦੇਵਤੇ ਦਾ, ਕਿਸੇ ਕਿਸਮ ਦੇ ਖਾਸ ਅਸਥਾਨ ਦਾ, ਜਾਂ ਉਹ ਖੁਦਾ ਅੱਲਾਹ ਤਾਲਾ ਵਾਹਿਗੁਰੂ ਕਿਸੇ ਇੱਕ ਦਿਸ਼ਾ ਵਿੱਚ ਨਹੀਂ ਦੇਖਦਾ। ਉਹ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਦੇ ਮਹਾਵਾਕ ਅਨੁਸਾਰ ਉਸ ਪਰਿਪੂਰਨ ਪਰਮਾਤਮਾ ਨੂੰ ਹਰ ਜਗ੍ਹਾ ਜ਼ਰੇ ਜ਼ਰੇ ਵਿੱਚ ਬਿਆਨ ਕਰਦਾ ਹੈ। ਆਓ ਹੁਣ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਖਾਲਸਾ ਲਫ਼ਜ਼ ਕਦੋਂ ਤੋਂ ਸਿੱਖ ਪੰਥ ਦੇ ਨਾਲ ਸੰਯੁਕਤ ਹੋਇਆ ਹੈ। ਜਦੋਂ ਅਸੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੀ ਉਦਾਸੀ ਦੇ ਦੌਰਾਨ ਜਦੋਂ 1508 ਈਸਵੀ ਵਿੱਚ ਬਨਾਰਸ ਦੀ ਧਰਤੀ ਤੋਂ 5 ਭਗਤ ਸਾਹਿਬਾਨ ਦੀ ਬਾਣੀ ਬਾਬਾ ਰਾਮਾਨੰਦ ਜੀ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਸੈਣ ਜੀ ਤੇ ਬਾਬਾ ਪੀਪਾ ਜੀ 5 ਭਗਤਾਂ ਦੀ ਬਾਣੀ ਆਪਣੀ ਪੋਥੀ ਸਾਹਿਬ ਵਿੱਚ ਦਰਜ ਕੀਤੀ। ਦਰਅਸਲ ਉਦੋਂ ਬਾਬਾ ਕਬੀਰ ਜੀ ਦਾ ਇੱਕ ਅਹਿਮ ਸ਼ਬਦ ਇਸ ਪੋਥੀ ਦੇ ਵਿੱਚ ਦਰਜ ਹੋਇਆ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸੁਭਾਇਮਾਨ ਹੈ। ਉਹ ਸ਼ਬਦ ਆਪ ਜੀ ਸਾਰੇ ਸ਼ਰਵਣ ਕਰਦੇ ਹੋ। ਬਨਖੰਡ ਜਾਏ ਜੋਗ ਤਪ ਕੀਨੋ, ਕੰਧ ਮੂਲ ਚੁਣ ਖਾਇਆ, ਨਾਦੀ ਬੇਦੀ ਸ਼ਬਦੀ ਮੋਨੀ, ਜਮ ਕੇ ਪਟੇ ਲਿਖਾਇਆ, ਭਗਤ ਨਾਰ ਦੀ ਰਿਦ ਨਾ ਆਈ ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੇ ਕਿਆ ਲੀਨਾ, ਪਰਿਓ ਕਾਲ ਸਵੇ ਜਗ ਉੱਪਰ ਮਾਂ ਲਿਖੇ ਭਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ। ਇਸ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਨੇ ਪਰਮਾਤਮਾ ਨਾਲ ਜੁੜੇ ਹੋਏ ਉਹਨਾਂ ਭਗਤਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਭਗਤ ਗੁਰਬਾਣੀ ਦੇ ਵਿੱਚ ਹੀ ਦਰਜ ਹੋ ਸਕੇ ਹਨ। ਭਾਵ ਜੀ ਦਾ ਸਿੱਧਾ ਸੰਬੰਧ ਪਰਿਪੂਰਨ ਪਰਮਾਤਮਾ ਵਾਹਿਗੁਰੂ ਨਾਲ ਹੈ, ਜੋ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਦਾ ਹੈ। ਉਹ ਹੀ ਅਸਲੀ ਵਾਹਿਗੁਰੂ ਜੀ ਦਾ ਸਾਜਿਆ ਨਿਵਾਜਿਆ ਖਾਲਸਾ ਕਿਹਾ ਜਾ ਸਕਦਾ ਹੈ। ਸੋ ਪਹਿਲੇ ਜਾਮੇ ਤੋਂ ਹੀ ਇਹ ਸ਼ਬਦ ਬਾਬਾ ਕਬੀਰ ਜੀ ਦਾ ਬਾਣੀ ਵਿੱਚ ਦਰਜ ਹੋਣ ਨਾਲ ਖਾਲਸੇ ਦਾ ਸ਼ਬਦ, ਜੋ ਖਾਲਸਾ ਸ਼ਬਦ ਹੈ, ਉਹਦਾ ਸੰਬੰਧ ਸਿੱਖੀ ਦੇ ਨਾਲ ਜੁੜ ਗਿਆ ਸੀ। ਦੂਜੀ ਵਾਰੀ ਜਦੋਂ ਅਸੀਂ ਇਤਿਹਾਸ ਦੀ ਖੋਜ ਕਰਦੇ ਹਾਂ ਤਾਂ ਡਾਕਟਰ ਜੀਤ ਸਿੰਘ ਸੀਤਲ ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਧਰਮ ਪ੍ਰਚਾਰ ਦੇ ਲਈ 22 ਸੈਂਟਰ ਤੇ 52 ਸਬ ਸੈਂਟਰ ਬਣਾਏ, ਜਿਨ੍ਹਾਂ ਨੂੰ 22 ਮੰਜੀਆਂ ਤੇ 52 ਪੀੜ੍ਹੇ ਕਿਹਾ ਜਾਂਦਾ ਸੀ। ਇਹ 52 ਪੀੜ੍ਹੀਆਂ ਤੇ ਕੇਵਲ ਬੀਬੀਆਂ ਨੂੰ ਨਿਯੁਕਤ ਕੀਤਾ ਗਿਆ, ਜਿੱਥੇ ਵੀਰਾਂ ਨੂੰ, ਜਿੱਥੇ ਮਰਦਾਂ ਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਹੋਰ ਧਰਮਾਂ ਨੇ ਬਿਲਕੁਲ ਖੁੱਲ੍ਹ ਦੇ ਕੇ ਔਰਤ ਜਾਤ ਤੇ ਪਾਬੰਦੀ ਲਾ ਦਿੱਤੀ ਸੀ ਕਿ ਕੋਈ ਉਹ ਧਰਮ ਕਰਮ ਨਹੀਂ ਕਰ ਸਕਦੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਔਰਤ ਜਾਤ ਨੂੰ ਪਹਿਲੀ ਵਾਰੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਉਤਾਰਿਆ ਤੇ ਉਹ 52 ਤੇ 52 ਪੀੜ੍ਹੀਆਂ ਬੀਬੀਆਂ ਦੇ ਹਵਾਲੇ ਕੀਤੇ ਗਏ। ਇਹਨਾਂ 22 ਸੈਂਟਰਾਂ ਤੇ 52 ਸੈਂਟਰਾਂ ਤੋਂ ਬਿਨਾਂ ਜਿਹੜੀ ਸੰਗਤ ਦਾ ਸਿੱਧਾ ਸੰਬੰਧ ਗੁਰਗੱਦੀ ਦੇ ਨਾਲ ਹੁੰਦਾ ਸੀ, ਡਾਕਟਰ ਜੀਤ ਸਿੰਘ ਜੀ ਸੀਤਲ ਲਿਖਦੇ ਨੇ
ਇਹ ਉਸ ਸੰਗਤ ਨੂੰ ਖਾਲਸਾ ਸੰਗਤ ਆਖਿਆ ਜਾਂਦਾ ਸੀ। ਇਸ ਲਈ ਤੀਜੇ ਪਾਤਸ਼ਾਹ ਦੇ ਵੇਲੇ ਵੀ ਇਹ ਸ਼ਬਦ ਖਾਲਸਾ ਸਿੱਖਾਂ ਦੇ ਨਾਲ ਜੁੜ ਚੁੱਕਾ ਸੀ। ਉਸ ਤੋਂ ਬਾਅਦ ਅੱਜ ਵੀ ਅਸੀਂ 6ਵੇਂ ਤੇ 9ਵੇਂ ਪਾਤਸ਼ਾਹ ਦੇ ਜਦੋਂ ਹੁਕਮਨਾਮੇ ਪੜ੍ਹਦੇ ਹਾਂ, ਉਹਦੇ ਵਿੱਚ ਇਹ ਸ਼ਬਦਾਵਲੀ ਕਿ ਪੂਰਵ ਕੀ ਸੰਗਤ ਗੁਰੂ ਕਾ ਖਾਲਸਾ ਹੋਏ, ਇਸ ਗੱਲ ਦੀ ਗਵਾਹੀ ਭਰਦੀ ਹੈ ਕਿ 6ਵੇਂ ਪਾਤਸ਼ਾਹ ਵੇਲੇ, 7ਵੇਂ 8ਵੇਂ 9ਵੇਂ ਪਾਤਸ਼ਾਹ ਵੇਲੇ ਵੀ ਖਾਲਸਾ ਸ਼ਬਦ ਦੀ ਵਰਤੋਂ ਸਿੱਖੀ ਦੇ ਵਿੱਚ ਉਹਨਾਂ ਸਿੱਖ ਸੰਗਤਾਂ ਦੇ ਲਈ ਹੁੰਦੀ ਰਹੀ ਜਿਨ੍ਹਾਂ ਦਾ ਸਿੱਧਾ ਸੰਬੰਧ ਜਿਹੜਾ ਹੈ ਉਹ ਗੱਦੀ ਦੇ ਨਾਲ ਹੁੰਦਾ ਸੀ। ਤੇ 10ਵੇਂ ਪਾਤਸ਼ਾਹ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਜੇ ਨਿਵਾਜੇ ਉਸੇ ਸੰਗਤ ਨੂੰ, ਸਾਜੀ ਨਿਵਾਜੀ ਉਸੇ ਸੰਗਤ ਨੂੰ ਜਿਹਦੇ ਬਾਰੇ ਸਤਿਗੁਰੂ ਨੇ ਆਖਿਆ ਸੀ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਹੀ, ਦੂਜੀ ਓਟ ਨਹੀਂ ਹੈ ਰਾਹੀ। ਸੋ ਉਸ ਗੁਰੂ ਕੀ ਸੰਗਤ ਨੂੰ ਗੁਰ ਸੰਗਤ ਕੀਨੀ ਖਾਲਸਾ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਖਾਲਸੇ ਦਾ ਰੂਪ ਦੇ ਦਿੱਤਾ ਸੀ। ਸੋ ਖਾਲਸਾ ਲਫ਼ਜ਼ ਵਿਸ਼ੇਸ਼ ਮਹੱਤਤਾ ਰੱਖਦਾ ਹੈ ਸਿੱਖੀ ਦੇ ਵਿੱਚ, ਤੇ ਖਾਲਸਾ ਲਫ਼ਜ਼ ਦੀ, ਖਾਲਸਾ ਪੰਥ ਦੀ ਸੰਪੂਰਨਤਾ ਜਿਹੜੀ ਹੈ ਉਹ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਕੇ ਖਾਲਸਾ ਪੰਥ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨਤਾ ਕਰ ਦਿੱਤੀ ਸੀ। ਕਈ ਵੀਰ ਭੁਲੇਖੇ ਦੇ ਨਾਲ ਇਸ ਦਿਨ ਨੂੰ ਖਾਲਸੇ ਦਾ ਜਨਮ ਦਿਨ ਕਹਿ ਦਿੰਦੇ ਹਨ। ਸੋ ਉਹਨਾਂ ਦਾ ਇਹ ਭੁਲੇਖਾ ਦੂਰ ਹੋ ਜਾਣਾ ਚਾਹੀਦਾ ਹੈ ਕਿ ਪਹਿਲੇ ਜਾਮੇ ਤੋਂ ਹੀ ਖਾਲਸਾ ਪੰਥ ਨੂੰ ਸਹਿਜੇ ਸਹਿਜੇ ਬਾਣੀ ਦੇ ਵਿੱਚ ਵੀ ਅਨੇਕਾਂ ਫਰਮਾਨ ਸਾਨੂੰ ਮਿਲਦੇ ਹਨ। ਜਿਵੇਂ ਹੁਣੇ ਮੈਂ ਭਾਈ ਗੁਰਦਾਸ ਜੀ ਦੇ ਬਚਨ ਬੋਲੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਔਰ ਤੀਜੇ ਪਾਤਸ਼ਾਹ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਇਹ ਪਾਵਨ ਬਚਨ ਆਖ ਕੇ ਖਾਲਸੇ ਦਾ ਨਿਆਰਾਪਣ ਦੱਸ ਦਿੱਤਾ ਸੀ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਹ ਪਾਵਨ ਬਚਨ ਕਿ ਵਰਤ ਨਾ ਰਹੋ ਨਾ ਮਾਂ ਰਮਦਾਨਾ, ਤਿਤ ਸੇਵੀ ਜੋ ਰੱਖੈ ਨਿਦਾਨਾ, ਏ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੁਹਾਨ ਨਵੇਰਾ, ਅਜ ਕਾਬੇ ਜਾਉ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, पूजा करो ना निवाज गुजारो, एक निरंकार लै हृदय समारो, ना हम हिंदू ना मुसलमान, अल्लाह राम के पिंड प्राण। ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਲਿਖ ਕੇ ਖਾਲਸੇ ਦਾ ਨਿਆਰਾਪਣ ਦਰਸਾ ਦਿੱਤਾ ਸੀ। ਔਰ ਪਹਿਲੇ ਜਾਮੇ ਤੋਂ ਹੀ ਖਾਲਸੇ ਦਾ ਨਿਆਰਾਪਣ ਜੋ ਹੈ ਉਹ ਸਹਿਜੇ ਸਹਿਜੇ ਅੰਤ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਗਈ। ਆਓ ਪਹਿਲਾਂ ਇਸ ਗੱਲ ਲਈ ਵਿਚਾਰ ਕਰ ਲਈਏ ਕਿ ਖਾਲਸੇ ਦੀ ਸਾਜਨਾ ਦਾ ਇਤਿਹਾਸ ਉੱਤੇ ਕੀ ਅਸਰ ਪਿਆ ਤੇ ਖਾਲਸੇ ਨੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਬਦਲ ਦਿੱਤੀ। ਸਰਦਾਰ ਕਿਰਪਾਲ ਸਿੰਘ ਜੀ ਚੰਦਨ ਦੀ ਇਹ ਸ਼ਬਦਾਵਲੀ ਬੜੀ ਪਿਆਰੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਸਾਡਾ ਦੇਸ਼ ਕਦੇ ਸ਼ੱਕਾਂ ਦਾ, ਕਦੇ ਹੁਨਾਂ ਦਾ, ਕਦੇ ਗੌਰੀਆਂ ਦਾ, ਕਦੇ ਗਜ਼ਨਵੀਆਂ ਦਾ, ਕਦੇ ਤੁਗਲਕਾਂ ਦਾ, ਕਦੇ ਖਿਲਜੀਆਂ ਦਾ, ਕਦੇ ਲੋਧੀਆਂ ਦਾ, ਕਦੇ ਮੁਗਲਾਂ ਦਾ, ਕਦੇ ਪੁਰਤਗਾਜ਼ਾਂ ਤੇ ਕਦੇ ਅੰਗਰੇਜ਼ਾਂ ਤੋਂ ਕੁੱਟ ਖਾਂਦਾ ਆ ਰਿਹਾ ਸੀ। ਇੱਥੇ ਹੀ ਬਸ ਨਹੀਂ, ਗੁਲਾਮ ਵੰਸ਼ ਦੇ ਗੁਲਾਮਾਂ ਤੇ ਪਾਣੀ ਭਰਨ ਵਾਲੇ ਮਾਸ਼ਕੀਆਂ ਨੇ ਵੀ ਹਿੰਦੁਸਤਾਨ ਦੇਸ਼ ਨੂੰ ਖੂਬ ਲੁੱਟਿਆ ਤੇ ਕੁੱਟਿਆ। ਜੇ ਇਤਿਹਾਸ ਦੇ ਵਿੱਚੋਂ ਕੁਝ ਪੱਤਰ ਪੜ੍ਹੀਏ ਤਾਂ ਹੈਰਾਨੀ ਹੁੰਦੀ ਹੈ ਕਿ ਸਾਡੇ ਦੇਸ਼ ਵਿੱਚ ਵਸਣ ਵਾਲੇ ਦੇਸ਼ ਵਾਸੀ ਕਿਸ ਤਰ੍ਹਾਂ ਨਿਰਬਲ ਹੋ ਚੁੱਕੇ ਸਨ। ਪਹਿਲਾ ਹਮਲਾ ਜੋ ਹੈ ਮੁਹੰਮਦ ਬਿਨ ਕਾਸਿਮ ਨੇ 712 ਈਸਵੀ ਵਿੱਚ ਕੇਵਲ 117 ਬੰਦੇ ਲੈ ਕੇ ਉਹ ਹਮਲਾਵਰ ਹੋਇਆ ਤੇ ਉਸ ਇਨਸਾਨ ਨੇ ਜਿੱਥੇ ਅਰਬਾਂ ਖਰਬਾਂ ਦਾ ਸੋਨਾ ਚਾਂਦੀ ਸਾਡੇ ਦੇਸ਼ ਵਿੱਚੋਂ ਲੁੱਟਿਆ, ਉੱਥੇ 117 ਬੰਦਿਆਂ ਦੇ ਨਾਲ 40,000 ਦੇਸ਼ ਦੀਆਂ ਬਹੂ ਬੇਟੀਆਂ ਨੂੰ ਕੈਦ ਕਰਕੇ ਬਗਦਾਦ ਤੇ ਕੰਧਾਰ ਤੱਕ ਤੋਹਫੇ ਦੇ ਤੌਰ ਤੇ ਭੇਜਦਾ ਰਿਹਾ, ਪਰ ਕਿਸੇ ਨੇ ਇਹਨਾਂ ਜ਼ੁਲਮਾਂ ਦਾ ਮੁਕਾਬਲਾ ਨਹੀਂ ਕੀਤਾ। ਇਤਿਹਾਸਕਾਰਾਂ ਨੇ ਲਿਖਿਆ ਤੈਮੂਰ ਲੰਗ ਜੋ ਬਾਬਰ ਦੇ ਖਾਨਦਾਨ ਵਿੱਚੋਂ ਸੀ, ਉਹ ਇੱਕ ਲੱਤ ਤੋਂ ਲੰਗੜਾ ਸੀ। ਜਦੋਂ ਹਿੰਦੁਸਤਾਨ ਤੇ ਹਮਲਾ ਕਰਨ ਲੱਗਾ, ਉਹਦੀ ਮਾਂ ਨੇ ਉਹਦੇ ਘੋੜੇ ਦੀ ਲਗਾਮ ਪਕੜ ਕੇ ਪੁੱਛਿਆ, ਬੇਟਾ ਤੂੰ ਤਾਂ ਇੱਕ ਲੱਤ ਤੋਂ ਲੰਗੜਾ ਹੈ, ਐਡੇ ਬੜੇ ਹਿੰਦੁਸਤਾਨ ਨੂੰ ਤੂੰ ਕਿਵੇਂ ਜਿੱਤ ਸਕੇਗਾ?
ਜੋ ਉਸਨੇ ਆਪਣੀ ਮਾਂ ਨੂੰ ਜਵਾਬ ਦਿੱਤਾ ਉਹ ਹਿੰਦੁਸਤਾਨ ਦੀ ਦਸ਼ਾ ਨੂੰ ਦਰਸਾਉਂਦਾ ਹੈ। ਕਹਿਣ ਲੱਗਾ, ਮਾਂ, ਹਿੰਦੁਸਤਾਨ ਇਸ ਵੇਲੇ ਇਤਨਾ ਭਿਆਨਕਾ ਦੇਸ਼ ਹੋ ਚੁੱਕਾ ਹੈ ਕਿ ਮੇਰੀ ਤਾਂ ਇੱਕ ਲੱਤ ਹੈ, ਪਰ ਜੇ ਕਿਸੇ ਦੀਆਂ ਦੋਵੇਂ ਲੱਤਾਂ ਵੀ ਨਾ ਹੋਣ ਉਹ ਵੀ ਸਹਿਜੇ ਹੀ ਹਿੰਦੁਸਤਾਨ ਦੀ ਜਨਤਾ ਨੂੰ ਲੁੱਟ ਸਕਦਾ ਹੈ। ਇਤਿਹਾਸ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ 17 ਸਾਲ ਦੇ ਛੋਕਰੇ 2 ਸਮੁੰਦਰੀ ਬੇੜਿਆਂ 'ਚ ਸਵਾਰ ਕੇ ਆਏ, ਜਿਨ੍ਹਾਂ ਨੇ ਰਾਜਾ ਦਾਇਰ ਸ਼ਾਹ ਨੂੰ ਕਾਬੂ ਕਰਕੇ ਉਸ ਦੀਆਂ ਬਹੂ ਬੇਟੀਆਂ ਨੂੰ ਕੈਦ ਕਰਕੇ ਅਰਬ ਸਾਗਰ ਤੋਂ ਪਾਰ ਨਾਚੀਆਂ ਤੇ ਵੇਸਵਾਵਾਂ ਬਣਾ ਕੇ ਭੇਜ ਦਿੱਤਾ। ਬੰਗਾਲ ਵਿੱਚ 17 ਸਾਲ ਦੇ ਇੱਕ ਛੋਕਰੇ ਨੇ 20 ਨੌਜਵਾਨਾਂ ਦੇ ਨਾਲ ਰਾਜ ਮਹਿਲ ਦੇ ਉੱਤੇ ਆ ਕੇ ਕਬਜ਼ਾ ਕਰਕੇ ਆਪਣਾ ਰਾਜ ਕਾਇਮ ਕਰ ਲਿਆ ਤੇ ਲਛਮਣ ਸੈਨ ਉੱਥੋਂ ਦਾ ਰਾਜਾ ਚੋਰ ਮੋਰੀ ਦੇ ਰਾਹੀਂ ਭੱਜ ਕੇ ਆਪਣੀ ਜਾਨ ਬਚਾ ਗਿਆ। ਤਵਾਰੀਖ ਗੁਰੂ ਖਾਲਸਾ ਦੇ ਪੰਨਾ 49 ਉੱਤੇ ਅਮੀਰ ਖੁਸਰੋ ਲਿਖਦਾ ਹੈ, ਇਹ ਘਟਨਾ ਦਿੱਤੀ ਹੈ ਤਵਾਰੀਖ ਗੁਰੂ ਖਾਲਸਾ ਦੇ 49 ਪੰਨੇ ਤੇ ਕਿ ਮੁਹੰਮਦ ਤੁਗਲਕ 1000 ਹਿੰਦੁਸਤਾਨੀ ਦੀ ਤਾਜ਼ਾ ਲਾਸ਼ ਤੇ 200 ਜ਼ੁਲਾਦ ਹਰ ਸਮੇਂ ਆਪਣੇ ਦਰਵਾਜ਼ੇ ਦੇ ਸਾਹਮਣੇ ਰੱਖਦਾ ਸੀ, ਔਰ ਦੂਜੇ ਪੈਰ ਤੇ ਜਾ ਕੇ ਦੁਪਹਿਰ ਤੋਂ ਬਾਅਦ ਇਹ 1000 ਲਾਸ਼ਾਂ ਦਰਿਆ ਦੇ ਵਿੱਚ ਰੋੜ ਕੇ ਨਵੀਆਂ 1000 ਲਾਸ਼ਾਂ ਜਿਹੜੀਆਂ ਹੈ ਉਹ ਨਵੇਂ ਕਤਲ ਕਰਵਾ ਲੈਂਦਾ ਸੀ। 200 ਜਲਾਦਾਂ ਦੀ ਡਿਊਟੀ ਇੱਕੋ ਸਮੇਂ ਇੱਕੋ ਦਿਨ ਦੇ ਵਿੱਚ 2-2000 ਬੰਦੇ ਨੂੰ ਕਤਲ ਕਰਨ ਦੀ ਲਾਈ ਗਈ ਸੀ। ਐਦਾਂ ਦੇ ਹਾਲਾਤ ਦੇਖ ਕੇ ਹੀ ਸਵਾਮੀ ਵਿਵੇਕਾਨੰਦ ਜੀ ਨੇ ਬਹੁਤ ਸੋਹਣੀ ਗੱਲ ਆਖੀ ਸੀ ਕਿ ਜਦੋਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਇਸ ਦੇਸ਼ ਦੀ ਦੁਖੀ ਜਨਤਾ ਦੀ ਆਵਾਜ਼ ਪਹੁੰਚੀ, ਉਸ ਵੇਲੇ ਉਹ ਪਰਮਾਤਮਾ ਨੇ ਰਹਿਮਤ ਭਰੀ ਨਜ਼ਰ ਦੇ ਨਾਲ ਇਸ ਦੁਨੀਆ ਵੱਲ ਤੱਕਿਆ। ਪਰਮਾਤਮਾ ਵਾਹਿਗੁਰੂ ਆਪ ਇਤਨਾ ਦੁਖੀ ਹੋਇਆ, ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। ਇੱਕ ਅਥਰੂ ਇਸ ਧਰਤੀ ਤੇ ਡਿੱਗਿਆ ਜਿਹਨੇ ਸਾਰੇ ਸੰਸਾਰ ਵਿੱਚ ਸ਼ਾਂਤੀ ਵਰਤਾ ਦਿੱਤੀ। ਉਹ ਅਥਰੂ ਹੀ ਦਰਅਸਲ ਗੁਰੂ ਨਾਨਕ ਪਾਤਸ਼ਾਹ ਸੀ। ਕਿਸੇ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ ਸੀ, ਜਦ ਪੱਪ ਦੀ ਜੰਜ ਬੰਨ ਜੋਰੀ ਦਾਨ ਮੰਗਦਾ ਆ ਗਿਆ, ਧਨ ਰੂਪ ਵੈਰੀ ਹੋ ਗਏ ਜੀਵਨ ਦੁਹੇਲਾ ਆ ਗਿਆ। ਜਦ ਕਤਲ ਮਾਸੂਮਾਂ ਨੂੰ ਕਰ ਸਤੀਆਂ ਦੇ ਸੱਤ ਸੀ ਤੋੜਨ ਲੱਗੇ, ਅਦਲੇ ਅਰ ਇਨਸਾਫ ਤੇ ਜ਼ੁਲਮੀ ਹਨੇਰਾ ਛਾ ਗਿਆ। ਖਲਕਤ ਨਿਮਾਣੀ ਦੀਨਤਾ ਦਾਤਾ ਦੇ ਦਰ ਤੇ ਧਾ ਗਈ, ਰਹਿਮਤ ਤੋਂ ਛਾਲਾ ਮਾਰਿਆ ਉਹ ਬਣ ਕੇ ਨਾਨਕ ਆ ਗਈ। ਬਸ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਦੇਸ਼ ਵਾਸੀਆਂ ਦੀ ਐਸੀ ਖਤਰਨਾਕ ਹਾਲਤ ਨੂੰ ਦੇਖ ਕੇ ਹੀ ਜੋ ਦੇਸ਼ ਵਾਸੀਆਂ ਨੂੰ ਲਲਕਾਰਾ ਮਾਰਿਆ ਸੀ, ਉਹ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਕਿ ਜਬਨਨ ਕੀ ਬਾਂਹ ਸੰਸਰ ਨਹੀਂ, ਮੁਖਚਾਰਨ ਨੈਣ ਹਜ਼ਾਰ ਨਹੀਂ ਧਾਰ ਕੇ उनके शरीर बने, लकड़ी की तेरी तलवार नहीं, अधिक नहीं बल में तुमसे, वो सिंह नहीं तुम सियार नहीं, सियार में हुंदा गिद्दड़, उठकर तुरकन को रण में क्यों देते तुम पछाड़ नहीं। उस वेले देश वासियां ने अपनी मजबूरी दसी, सच्चे पातशाह ਅਸੀਂ ਕੀ ਕਰ ਸਕਦੇ ਹਾਂ, ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਤ ਕਵੀ ਨੇ ਪਕੜੀ, चिड़ी उड़े तो हम डर जाए, मुगलों सोए कैसे लड़ पाए। जगत गुरु नानक पातशाह जी ने ये गल चंगी तरह महसूस कर ली कि देशवासियों ने लंबी गुलामी के कारण संपूर्ण मनुख वाले शुभ गुण सत संतोख दया धर्म हिम्मत त्याग कोमलता ते बहादुरी वर्गे गुणा नूं तिलांजलि दे दिती है। सो पातशाह गुरु नानक देव जी महाराज ने सदियां तो लताड़ी जा रही मनुखता नूं अणख इज्जत ते गैरत दी जिंदगी जीवन दा ढंग सिखाउण लई एक ललकारा मारिया कि आवरां थां थां ते गर्दन झुकाउण वालिया, अज मैं तेरी अणख नूं मगरूर हुंदा वेखणा, तेरे निर्बल डोलियां विच पा के हिम्मत दी कणी, तेरे हत्थों देश दा दुख दूर हुंदा वेखणा, तेरी कायरता नूं मोहकम इरादे बख्श के तेरे पैरां विच पर्वतां नूं चूर हुंदा वेखणा, रख देवेगा धौण तूं जेकर मेरी तेग उत्ते, तेग दी सौं साहिबे मुख्तार बन जाएगा तूं, चढ़ना नहीं तैनूं मैं मंसूर दी सूली उत्ते, चढ़ के मेरी दार ते सरदार बन जाएगा तूं। सो जगत गुरु नानक पातशाह ने इस ललकारे दे नाल
ਦੇਸ਼ ਵਾਸੀਆਂ ਦੇ ਵਿੱਚੋਂ ਹੀ 30 ਮਾਰਚ 1699 ਦੀ ਵਿਸਾਖੀ ਨੂੰ ਜਦੋਂ ਮੰਗ ਕੀਤੀ ਸੀ, ਉਹਨੇ ਭਰੇ ਦਰਬਾਰ ਲਲਕਾਰਿਆ ਜਾ, ਪਹਿਲਾ ਦਇਆ ਆਈ ਫਿਰ ਧਰਮ ਆਇਆ। ਹਿੰਮਤ ਆਣ ਕੇ ਉਸ ਨਮਸਕਾਰ ਕੀਤੀ, ਮੁਕਮ ਛੱਡ ਕੇ ਸਾਰੇ ਸ਼ੰਕੇ ਭਰਮ ਆਇਆ। ਸਾਹਿਬ ਨਿਤਰਿਆ ਫਿਰ ਮੈਦਾਨ ਅੰਦਰ, ਉਹਦੀ ਮਿਹਰ ਆਈ ਉਹਦਾ ਕਰਮ ਆਇਆ। ਕਾਲ ਜਾਬਰਾਂ ਦਾ ਬਣਿਆ ਖਾਲਸਾ ਜੇ, ਦੀਨ ਦੁਖੀਆਂ ਦੇ ਲਈ ਬਣ ਕੇ ਧਰਮ ਆਇਆ। ਸੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ੁਭ ਗੁਣ, ਜਿਹੜੇ 5 ਗੁਣ ਖਾਲਸੇ ਦੇ ਲਈ ਜ਼ਰੂਰੀ ਹਨ, ਇੱਕ ਸੰਪੂਰਨ ਮਨੁੱਖ ਦੇ ਲਈ ਜ਼ਰੂਰੀ ਸਨ। ਸਾਡੇ ਵਿਰਸੇ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੰਪੂਰਨ ਮਨੁੱਖ ਖਾਲਸੇ ਦੇ ਵਿੱਚ ਪਹਿਲੇ 5 ਗੁਣ ਜਿਹੜੇ ਬਹੁਤ ਜ਼ਰੂਰੀ ਨੇ। ਉਹ ਕਿਹੜੇ 5 ਗੁਣ ਨੇ? ਖਾਲਸਾ ਹੋਵੇ ਸਦਾ ਉਦਾਰ ਚਿੱਤ। ਤੇ ਪਹਿਲੇ ਨੰਬਰ ਤੇ ਗੁਣ ਹੋਣਾ ਚਾਹੀਦਾ, ਖਾਲਸਾ ਦਇਆਵਾਨ ਹੋਵੇ, ਖੁੱਲ੍ਹ ਦਿਲਾ ਹੋਵੇ, ਵਿਸ਼ਾਲ ਦਿਲੀ ਹੋਵੇ। ਕਿਉਂਕਿ ਜੇ ਦਇਆ ਨਹੀਂ ਤਾਂ ਧਰਮ ਵੀ ਨਹੀਂ। ਧੌਲ ਧਰਮ ਦਇਆ ਕਾ ਪੂਤ। ਇਸ ਲਈ ਸਿੱਖ ਦੇ ਲਈ ਹੁਕਮ ਹੈ, ਦੁੱਖ ਨਾ ਦੇਈ ਕਿਸੇ ਜੀ, ਪਤ ਸਿਉ ਕਰ ਜਾਵੋ। ਜਾਂ 68 ਤੀਰ ਸਗਲ ਪੁੰਨ, ਜੀ ਦਇਆ ਪ੍ਰਵਾਨ। ਦੂਜਾ ਗੁਣ ਧਰਮੀ ਹੋਣਾ ਚਾਹੀਦਾ, ਖਾਲਸਾ ਹੋਵੇ ਸਦਾ ਧਰਮ ਬਿਰਤ। ਇਸ ਲਈ ਇਹ ਹੁਕਮ ਕੀਤਾ ਸੀ ਦਸ਼ਮੇਸ਼ ਪਿਤਾ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਔਰ ਤੀਜਾ ਗੁਣ, ਖਾਲਸੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ। ਹਿੰਮਤ ਨਾ ਹਾਰੇ, ਖਾਲਸਾ ਨਾ ਹਾਰੇ ਹਿੰਮਤ ਕਦੇ ਵੀ। ਭਾਵ ਉਦਮ ਕਰੇਂਦਿਆਂ ਜਿਉ ਤੂੰ, ਕਮਾਉਂਦਿਆਂ ਸੁਖੂਨ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਗੁਰਮਿਲ ਉਤਰੀ ਚਿੰਤ। ਚੌਥਾ ਗੁਣ ਖਾਲਸੇ ਵਿੱਚ ਹੋਣਾ ਚਾਹੀਦਾ ਕਿ ਦ੍ਰਿੜਤਾ ਖਾਲਸੇ ਦੇ ਵਿੱਚ ਰਹੇ। ਖਾਲਸਾ ਰਹੇ ਅਡੋਲ ਤ੍ਰੈ ਕਾਲ। ਅਡੋਲ ਦਾ ਮਤਲਬ ਦ੍ਰਿੜਤਾ। ਔਰ ਖਾਲਸੇ ਦੀ ਦ੍ਰਿੜਤਾ ਦੇ ਲਈ ਪਾਵਨ ਬਾਣੀ ਵਿੱਚ ਇਹ ਪਹਿਲਾਂ ਹੀ ਦਿੱਤੀ ਗਈ ਸੀ ਕਿ ਪਾਤਸ਼ਾਹ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਪੰਜਵਾਂ ਗੁਣ ਸਾਹਿਬੀ ਦਾ, ਖਾਲਸਾ ਪਾਲੇ ਬਿਰਦ ਸਦਾ ਸਾਹਿਬੀ ਵਾਲਾ। ਭਾਵ ਖਾਲਸਾ ਆਪਣਾ ਪਾਤਸ਼ਾਹੀ ਵਾਲਾ ਸੁਭਾਅ ਰੱਖੇ। ਕਿਉਂਕਿ ਪਾਤਸ਼ਾਹ ਜਾਂ ਰਾਜਨੀਤੀ ਦਾ ਹੋਣਾ ਵੀ ਇੱਕ ਬਹੁਤ ਜ਼ਰੂਰੀ ਹੈ। ਰਾਜ ਬਿਨਾ ਨਾ ਧਰਮ ਚਲਿਆ ਹੈ। ਜਿਸ ਕਾ ਰਾਜ ਤਿਸੇ ਕਾ ਸੁਪਨਾ, ਬਾਣੀ ਦਾ ਫਰਮਾਨ ਹੈ। ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ। ਪਰ ਸਾਡੇ ਬਜ਼ੁਰਗਾਂ ਨੇ ਦ੍ਰਿੜ ਕਰਵਾਇਆ ਸੀ, ਕੋ ਕਿਸੇ ਕੋ ਰਾਜ ਨਾ ਦੇ, ਜੋ ਲੈ ਹੈ ਨਿਜ ਵਲ ਸੇ ਲੈ ਹੈ। ਸੋ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਸਤਿਗੁਰੂ ਜੀ ਨੇ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਮੰਗ ਕੀਤੀ ਕਿ ਅੱਜ ਮੈਨੂੰ ਦਇਆਵਾਨ, ਧਰਮੀ, ਹਿੰਮਤ ਅਤੇ ਦ੍ਰਿੜਤਾ ਵਾਲੇ, ਮੁਕਮਤਾ ਵਾਲੇ ਸਿੰਘਾਂ ਦੇ ਸਿਰ ਦੀ ਲੋੜ ਹੈ, ਤਾਂ ਕਿ ਗਰੀਬਾਂ ਮਜ਼ਲੂਮਾਂ ਨੂੰ ਪਾਤਸ਼ਾਹਾਂ ਦੇ ਰੂਪ ਵਿੱਚ ਸੰਸਾਰ ਦੇ ਉੱਤੇ ਉਜਾਗਰ ਕੀਤਾ ਜਾਵੇ। ਸੋ ਐਸੇ ਮਹਾਨ ਸਤਿਗੁਰੂ ਨੇ ਪਾਤਸ਼ਾਹੀ ਸਾਡੇ ਪੱਲੇ ਪਾ ਕੇ ਇਹ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਬਦਲ ਰੱਖ ਦਿੱਤੀ। ਉਹ ਲੋਕ ਜਿਹੜੇ ਸੈਂਕੜਿਆਂ ਦੀ ਗਿਣਤੀ ਵਿੱਚ ਜਾਂ ਅੰਕੜਿਆਂ ਦੀ ਗਿਣਤੀ ਵਿੱਚ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ 20 ਮੁੰਡੇ ਆ ਕੇ ਸਾਡੇ ਦੇਸ਼ ਦੇ ਰਾਜਿਆਂ ਉੱਤੇ ਕਬਜ਼ੇ ਕਰਦੇ ਰਹੇ ਔਰ ਜਲੀਲ ਕਰਦੇ ਰਹੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਐਸੀ ਗੁੜਤੀ ਦਿੱਤੀ ਕਿ ਉਹ ਲੋਕ ਜਿਹੜੇ ਹਮਲਾਵਰ ਬਣ ਕੇ ਆਉਂਦੇ ਸਨ, ਤੇ ਖਾਲਸੇ ਦੀ ਸਿਰਜਣਾ ਤੋਂ ਬਾਅਦ ਉਹਨਾਂ ਦੇ ਆਉਣ ਦਾ ਢੰਗ ਹੀ ਬਦਲ ਦਿੱਤਾ ਗਿਆ। ਪਹਿਲਾਂ ਤਾਂ ਇੱਕ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ 30 ਮਾਰਚ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਪੂਰੇ 11 ਸਾਲ ਬਾਅਦ 712 ਸਨ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿੱਚ ਸਰਹੰਦ ਦੇ ਉੱਤੇ ਕੇਸਰੀ ਨਿਸ਼ਾਨ ਚਲਾ ਕੇ ਖਾਲਸੇ ਨੇ ਹਕੂਮਤ ਕਾਇਮ ਕਰ ਲਈ। ਉਹ ਨਾਦਰ ਸ਼ਾਹ ਅਬਦਾਲੀ ਤੇ ਜ਼ਕਰੀਆ ਖਾਨ ਵਰਗੇ ਜਿਹੜੇ ਜਾਬਰ ਦਰਿੰਦੇ ਬੇਖੌਫ ਹੋ ਕੇ ਪੰਜਾਬ ਵੱਲ ਨੂੰ ਧਾਂਦੇ ਸਨ, ਖਾਲਸਾ ਦੀ ਸਿਰਜਣਾ ਤੋਂ ਬਾਅਦ ਉਹਨਾਂ ਦੇ ਆਉਣ ਦਾ ਢੰਗ ਤਰੀਕਾ ਬਦਲ ਗਿਆ। ਅੱਜ ਦਾ ਉਸਾਮਾ ਬਿਨ ਲਾਦੇਨ, ਜਿਹਦਾ ਨਾਂ ਸੁਣ ਕੇ ਅਮਰੀਕਾ ਵਰਗੀ ਵੱਡੀ ਤਾਕਤ ਵੀ ਥਰ-ਥਰ ਕੰਬਦੀ ਸੀ, ਔਰ ਜਿਹਨੂੰ ਮਾਰਨ ਦੇ ਲਈ ਅਰਬਾਂ ਖਰਬਾਂ ਕਰੋੜਾਂ ਰੁਪਇਆਂ ਦਾ ਖਰਚਾ ਜਿਹੜਾ ਹੈ ਉਹ ਸਰਕਾਰ ਨੇ ਕੀਤਾ, ਹਜ਼ਾਰਾਂ ਸਿਪਾਹੀ ਮਰਵਾਏ ਔਰ ਲੱਖਾਂ ਕਰੋੜਾਂ ਦਾ ਜਿਹੜਾ ਸੀ ਉਹ ਸਿੱਕਾ ਬਰੂਦ ਖਤਮ ਕਰ ਦਿੱਤਾ।
ਤੇ ਬੜੀ ਮੁਸ਼ਕਲ ਦੇ ਨਾਲ ਉਸ ਬੱਬਰ ਸ਼ੇਰ ਨੂੰ ਕਾਬੂ ਕੀਤਾ ਗਿਆ। ਪਰ ਕੋਈ ਸਮਾਂ ਸੀ ਜਦੋਂ ਛੋਟਿਆਂ ਹੁੰਦਿਆਂ ਉਸ ਦੀ ਮਾਂ ਵੀ ਉਹਨੂੰ ਇਹ ਕਹਿ ਕੇ ਡਰਾਉਂਦੀ ਹੋਏਗੀ ਕਿ ਬੱਚਾ ਚੁੱਪ ਛਾ, ਹਰੀਆ ਰਾਗਲੇ, ਭਾਵੇਂ ਬੱਚਾ ਚੁੱਪ ਕਰ ਜਾ, ਨਹੀਂ ਤਾਂ ਹਰੀ ਸਿੰਘ ਜੀ ਨਲਵਾ ਆ ਰਿਹਾ ਹੈ। ਐਸੇ ਮਹਾਨ ਸਤਿਗੁਰੂ ਦੀ ਐਸੀ ਮਹਾਨ ਦਾਤ ਸੀ ਕਿ ਉਹ ਦੇਸ਼ ਜਿੱਥੇ ਲੋਕੀ ਕਹਿੰਦੇ ਸਨ ਅਸੀਂ ਤਾਂ ਚਿੜੀ ਉੱਡ ਜਾਵੇ ਸਾਡੇ ਪ੍ਰਾਣ ਨਿਕਲ ਜਾਂਦੇ ਨੇ, ਉਹਨਾਂ ਖਾਲਸੇ ਦੀ ਇਸ ਵਿਸਾਖੀ ਨੇ ਜਾਂ ਇਸ ਵਿਸਾਖੀ ਤੇ ਖਾਲਸੇ ਨੇ ਉਹ ਜਾਨ ਭਰੀ ਕਿ ਹਿੰਦੁਸਤਾਨ ਦੇ ਇਤਿਹਾਸ ਦੀ ਧਾਰਾ ਬਦਲਣੀ ਸ਼ੁਰੂ ਹੋ ਗਈ। ਤਾਂ ਹੀ ਕਿਸੇ ਵੇਲੇ ਸਰਦਾਰ ਚਰਨ ਸਿੰਘ ਜੀ ਚਰਨ ਨੇ ਇਹ ਲਾਈਨਾਂ ਲਿਖੀਆਂ ਸਨ ਕਿ ਬੈਠਾ ਜਦੋਂ ਤੂੰ ਲਾਹੌਰ ਦੇ ਤਖਤ ਉੱਤੇ, ਸਭੈ ਤਾਕਤਾਂ ਪੈਰਾਂ ਤੇ ਢਹਿ ਪਈਆਂ, ਰਹਿ ਗਏ ਬੋਤੀ ਨਿਰੇ ਦੁਰਾਨੀਆਂ ਦੇ, ਜਦੋਂ ਕਾਨੀਆਂ ਕਾਲਜ ਵਿੱਚ ਸੀ ਲੈ ਗਈਆਂ, ਸੋਨ ਚਿੜੀ ਦਾ ਮਾਸ ਜੋ ਖਾਂਦੀਆਂ ਸਨ, ਇੱਲਾ ਆਲਣੇ ਵਿੱਚ ਹੀ ਛਹਿ ਗਈਆਂ, ਗੁੱਸੇ ਨਾਲ ਜਦੋਂ ਤੋਂ ਰਾਵੀ ਤੇ ਬੋਲਿਆ ਤੂੰ, ਗੁੱਸੇ ਨਾਲ ਜਦੋਂ ਰਾਵੀ ਤੇ ਬੋਲਿਆ ਤੂੰ, ਡਰ ਕੇ ਕੰਧਾਂ ਕੰਧਾਰ ਦੀਆਂ ਬਹਿ ਗਈਆਂ, ਇਧਰ ਸਤਲੁਜ ਤੋਂ ਪਾਰ ਬੈਠਾ ਖਾਂਦਾ ਖੌਫ ਤੇਰੇ ਬਾਹੂਬਲ ਦਾ ਸੀ ਅੰਗਰੇਜ਼, ਇਧਰ ਸਤਲੁਜ ਤੋਂ ਪਾਰ ਬੈਠਾ ਖਾਂਦਾ ਖੌਫ ਤੇਰੇ ਬਾਹੂਬਲ ਦਾ ਸੀ, ਜਿਹਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ ਸੀ, ਤੋਹਫੇ ਪਿਆ ਬਲੈਤ ਤੋਂ ਘੱਲਦਾ ਸੀ। ਸੋ ਇਹ ਵਿਸਾਖੀ 30 ਮਾਰਚ 1699 ਦੀ ਵਿਸਾਖੀ ਨੇ ਇੱਕ ਇਨਕਲਾਬ ਲਿਆਂਦਾ, ਉਹ ਖਾਲਸੇ ਦੇ ਰੂਪ ਵਿੱਚ। ਸਤ ਸੰਗਤ, ਸਾਨੂੰ ਬਤੌਰ ਸਿੱਖ ਖਾਲਸੇ ਹੋਣ ਦਾ ਮਾਣ ਹੋਣਾ ਚਾਹੀਦਾ ਹੈ, ਪਰ ਉਹੀ ਜਾਹੋ ਜਲਾਲ ਕਾਇਮ ਕਰਨ ਦੇ ਲਈ ਸਾਨੂੰ ਇਹ ਗੱਲ ਚੇਤੇ ਵੀ ਰੱਖਣੀ ਚਾਹੀਦੀ ਕਿ ਖਾਲਸਾ ਕਿਸੇ ਵਰਦੀ ਦਾ ਨਾਂ ਨਹੀਂ, ਖਾਲਸਾ ਕਿਸੇ ਭੇਖ ਦਾ ਨਾਂ ਨਹੀਂ, ਖਾਲਸਾ ਕਿਸੇ ਜੋ ਹੈ ਲਿਬਾਸ ਦਾ ਨਾਮ ਨਹੀਂ, ਬਲਕਿ ਖਾਲਸਾ ਇੱਕ ਜੀਵਨ ਜੁਗਤ ਹੈ। ਸੋ ਇਸ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਣ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਨਾਨਕ ਪਾਤਸ਼ਾਹ, 10 ਗੁਰੂ ਸਾਹਿਬਾਨ ਨੇ ਖਾਲਸੇ ਦੀ ਪਰਿਭਾਸ਼ਾ ਵੀ ਜਿਹੜੀ ਆਪਣੀ ਪਾਵਨ ਬਾਣੀ ਦੇ ਵਿੱਚ ਦਿੱਤੀ। ਪਹਿਲਾਂ ਹੀ ਭਗਤ ਬਾਣੀ ਦੇ ਵਿੱਚ ਜਿਵੇਂ ਮੌਜੂਦ ਸੀ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਖਾਲਸੇ ਦਾ ਨਿਆਰਾਪਣ ਜੇ ਕਾਇਮ ਰਹੇਗਾ, ਪਰ ਇਹ ਯਾਦ ਰੱਖਣਾ ਖਾਲਸੇ ਦਾ ਨਿਆਰਾਪਣ ਜਿਹੜਾ ਹੈ ਉਹ ਕੇਵਲ ਬਾਹਰਲੇ ਸਰੂਪ ਕਰਕੇ ਹੀ ਨਹੀਂ, ਬਲਕਿ ਅੰਦਰਲੇ ਸਰੂਪ ਨੂੰ ਕਾਇਮ ਰੱਖਣ ਵਾਸਤੇ ਵੀ ਦੋਵੇਂ ਕਿਸਮ ਦੀ ਰਹਿਤ ਸਤਿਗੁਰੂ ਜੀ ਨੇ ਸਾਡੇ ਤੇ ਆਇਦ ਕੀਤੀ ਤੇ ਹੁਕਮ ਕੀਤਾ ਸੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਆਓ ਹੁਣ ਕੁਛ ਇਸ ਵਿਚਾਰ ਤੇ ਵੀ, ਇਸ ਗੱਲ ਤੇ ਵੀ ਵਿਚਾਰ ਕਰੀਏ ਕਿ ਖਾਲਸਾ ਹੈ ਕੌਣ ਹੈ। ਦਸ਼ਮੇਸ਼ ਪਿਤਾ ਨੇ ਆਪ ਆਪਣੀ ਅਕਾਲ ਉਸਤਤ ਦੇ ਪਹਿਲੇ ਸਵਈਏ ਦੇ ਵਿੱਚ ਹੀ, ਪਹਿਲੇ ਕਵਿਤ ਦੇ ਵਿੱਚ ਹੀ, 33 ਸਵਈਆਂ ਦੇ ਵਿੱਚੋਂ ਪਹਿਲੇ ਸਵਈਏ ਵਿੱਚ ਜੋ ਪਰਿਭਾਸ਼ਾ ਦਿੱਤੀ ਖਾਲਸੇ ਦੀ, ਉਹ ਅਸੀਂ ਤੁਸੀਂ ਸਾਰੇ ਪੜ੍ਹਦੇ ਹਾਂ। ਤੇ ਸਿੱਖ ਮਿਸ਼ਨਰੀ ਕਾਲਜ ਦਾ ਜਿਹੜਾ ਸ਼ਬਦ ਹੈ ਮਾਟੋ ਦਾ, ਉਹ ਇਹੀ ਹੈ, ਜਾਗਤ ਜੋਤ ਜਪੈ ਨਿਸਵਾਸੁਰ, ਏਕ ਬਿਨਾ ਮਨ ਨੈਕ ਨਾ ਅੰਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿ ਖਾਲਸ ਜਾਣੇ। ਸਾਡੀ ਰੋਜ਼ਾਨਾ ਅਰਦਾਸ ਵੀ ਸਾਨੂੰ ਸੁਚੇਤ ਕਰਦੀ ਹੈ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਭ ਤੋਂ ਪਹਿਲੀ ਜਦੋਂ ਮੰਗਾਂ ਸ਼ੁਰੂ ਹੁੰਦੀਆਂ ਨੇ ਖਾਲਸੇ ਦੀਆਂ, ਪ੍ਰਥਮੇ ਸਰਬੱਤ ਖਾਲਸੇ ਦੀ ਪਹਿਲੀ ਅਰਦਾਸ ਕਿਆ ਹੈ ਕਿ ਵਾਹਿਗੁਰੂ 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 ਚੇਤਾਵੇ, ਭਾਵ ਮਨ ਕਰਕੇ, ਬਚਨ ਕਰਕੇ ਤੇ ਕਰਮਾਂ ਕਰਕੇ। ਮਨ ਕਰਕੇ ਪਰਕਾ ਬੁਰਾ ਨਾ ਰੱਖੋ ਚੀਤ, ਬਚਨਾ ਕਰਕੇ ਟੂਟ ਪ੍ਰੀਤ ਗਈ ਬੁਰਬੋਲ, ਕਦੇ ਬੋਲੇ ਕੋੜੇ ਬਚਨ ਨਹੀਂ ਬੋਲਨੇ ਸਿੱਖਣੇ ਨੇ। ਔਰ ਕਰਮਾ ਕਰਕੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ। ਇਸ ਲਈ ਵਾਹਿਗੁਰੂ ਵਾਹਿਗੁਰੂ ਚੇਤਾਵੇ ਤੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਇਹਨਾਂ ਗੁਣਾਂ ਦੇ ਧਾਰਨੀ ਮਨ ਵਚ ਕਰਮ ਕਰਕੇ ਅਸੀਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਹਰ ਵੇਲੇ ਯਾਦ ਰੱਖਣਾ ਹੈ। ਤੇ ਖਾਲਸੇ ਦਾ ਅੰਦਰ ਦਾ ਨਿਆਰਾਪਣ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਦਾ ਅੰਦਰਲਾ ਤੇ ਬਾਹਰਲਾ ਨਿਆਰਾਪਣ ਕਾਇਮ ਰੱਖਣ ਵਾਸਤੇ ਹੀ ਜੋ ਹੁਕਮਨਾਮੇ ਕੀਤੇ,
ਉਹ ਸਾਡੇ ਜੋ ਹੁਕਮ ਕੀਤੇ ਸਾਡੇ ਰਹਿਤਨਾਮਿਆਂ ਦੇ ਵਿੱਚ ਅੰਕਿਤ ਹਨ। ਪੁਰਾਤਨ ਤੇ ਨਵੀਨਤਨ ਕਵੀਆਂ ਨੇ ਬੜੇ ਸੋਹਣ ਨਾਲ ਉਹਦਾ ਨਕਸ਼ਾ ਖਿੱਚਿਆ ਹੈ। ਕਵੀ ਨਿਹਾਲ ਸਿੰਘ ਜੀ ਕਹਿੰਦੇ ਹਨ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਨ, ਖਾਲਸਾ ਹਮਾਰੀ ਸੋਜ਼, ਜੱਜੇ ਦੇ ਪੈਰ ਬਿੰਦੀ ਨਾਲ ਬੋਲਣਾ, ਖਾਲਸਾ हमारी मौज, खालसा हमारी फौज, जीत की निशानी है, खालसा हमारी जात, खालसा हमारी पात, श्री गुरु गोबिंद सिंह बानी ऊं विखानी है। गुरु गोबिंद सिंह जी महाराज ने इस तरह बचन कीते ने कि जब लग खालसा रहे न्यारा, तब लग तेज जियो मैं सारा, जावेगा है विप्रन की रीत, मैं ना करूं इनकी प्रतीत। ਪੰਥ ਪ੍ਰਵਾਨਿਤ ਰਹਿਤ ਪ੍ਰਜਾਦਾ ਵਿੱਚ ਵੀ ਇਹ ਸ਼ਬਦ ਵਿਸ਼ੇਸ਼ ਤੌਰ ਤੇ ਲਿਖਿਆ ਹੈ ਕਿ ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ। ਪੁਰਾਤਨ ਰਹਿਤਨਾਮਿਆਂ ਵਿੱਚ ਵੀ ਇਹ ਗੱਲ ਹੈ, ਜਗ ਮੈਂ ਔਰ ਪੰਥ ਸੋ ਜੀਤੈ, ਕਰੇ ਨਿੰਦ ਨਾ ਕਬਹੂ ਤੇਤੈ। ਇਸ ਤੋਂ ਇਲਾਵਾ ਬੜੇ ਵਿਸਤਾਰ ਨਾਲ ਪੁਰਾਤਨ ਰਹਿਤਨਾਮਿਆਂ ਵਿੱਚ ਖਾਲਸੇ ਦੀ ਪਰਿਭਾਸ਼ਾ ਮਿਲਦੀ ਹੈ ਕਿ ਸੱਚੇ ਪਾਤਸ਼ਾਹ ਦੇ ਉਹਨਾਂ ਹੁਕਮਾਂ ਨੂੰ ਸਾਡੇ ਬਜ਼ੁਰਗਾਂ ਨੇ ਅੰਕਿਤ ਕੀਤਾ ਹੈ ਕਿ ਖਾਲਸਾ ਸੋ ਜੋ ਨਿੰਦਾ ਤਿਆਗਿਆ ਹੈ, ਖਾਲਸਾ ਸੋ ਜੋ ਲੜੇ ਹੋਏ ਆਗੇ, ਖਾਲਸਾ ਸੋ ਪਰ ਦ੍ਰਿਸ਼ਟ ਤਿਆਗਿਆ ਹੈ। ਪਰ ਦ੍ਰਿਸ਼ਟ ਭਾਵ ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਬਖਾਣੇ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਦੇ ਵਿੱਚ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਰਤਰਿਆ ਰੂਪ ਨਾ ਵੇਖੈ ਨੇਤਰ, ਜਾਂ ਜੈਸਾ ਸੰਗ ਵਿਸੀਰ ਸੇ ਹੋਇਆ ਰੇ, ਤੈਸੋ ਹੀ ਇਹ ਪ੍ਰਗਟੇ ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬਚਨ ਹਨ। ਸੋ ਖਾਲਸਾ ਸੋ ਜੋ ਪਰਦ੍ਰਿਸ਼ਟ ਤਿਆਗੇ, ਖਾਲਸਾ ਸੋ ਨਾਮ ਰਤ ਲਾਗੇ, ਹਰ ਵੇਲੇ ਨਾਮ ਦੇ ਪਿਆਰ ਵਿੱਚ ਰੰਗੇ ਰਹਿਣਾ ਹੈ। ਖਾਲਸਾ ਸੋ ਗੁਰੂ ਹਿਤ ਲਾਵੇ, ਖਾਲਸਾ ਉਹ ਹੈ ਜੋ ਗੁਰੂ ਨਾਲ ਪਿਆਰ ਕਾਇਮ ਰੱਖੇ। ਖਾਲਸਾ ਸੋ ਸਾਰ ਮੋਹ ਖਾਵੇ, ਭਾਵ ਸਨਮੁਖ ਹੋ ਕੇ ਲੜੇ, ਕਦੇ ਪਿੱਠ ਦੇ ਵਿੱਚ ਵਾਰ ਨਾ ਹੋਵੇ ਖਾਲਸੇ ਦੇ। ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸੇ ਦੀ ਇਹ ਵੀ ਡਿਊਟੀ ਹੈ, ਖਾਲਸੇ ਦਾ ਇਹ ਵੀ ਸੁਭਾਅ ਹੈ ਕਿ ਖਾਲਸੇ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਹੈ। ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਖਾਲਸੇ ਨੇ ਦੁਸ਼ਟਾਂ ਦਾ, ਜਾਬਰਾਂ ਦਾ, ਪਾਪੀਆਂ ਦਾ ਨਾਸ਼ ਕਰਨਾ ਹੈ, ਨਿੱਜੀ ਤੌਰ ਤੇ ਦੁਸ਼ਮਣੀ ਕਿਸੇ ਨਾਲ ਨਹੀਂ ਰੱਖਣੀ। ਖਾਲਸਾ ਸੋ ਜੋ ਚੜੇ ਤੁਰੰਗ, ਖਾਲਸੇ ਨੇ ਹਮੇਸ਼ਾ ਘੋੜਿਆਂ ਦੀ, ਵਧੀਆ ਤੋਂ ਵਧੀਆ ਘੋੜਿਆਂ ਦੀ ਸਵਾਰੀ ਕਰਨੀ ਹੈ। ਸਾਧ ਸੰਗਤ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਔਰੰਗਜ਼ੇਬ ਨੇ 13 ਨਵੰਬਰ 1694 ਈਸਵੀ ਨੂੰ ਦੱਖਣ ਦੇ ਕਿਲਕਲਾ ਸਥਾਨ ਤੋਂ ਹੁਕਮ ਜਾਰੀ ਕੀਤਾ ਸੀ ਕਿ ਹਿੰਦੁਸਤਾਨ ਦੇ ਰਾਜਪੂਤਾਂ ਤੋਂ ਬਿਨਾਂ ਕੋਈ ਸ਼ਸਤਰਧਾਰੀ ਨਹੀਂ ਹੋ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਇਰਾਕੀ ਜਾਂ ਅਰਬੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਪਰ ਕੋਈ ਸ਼ਸਤਰ ਨਹੀਂ ਪਹਿਨ ਸਕਦਾ। ਪਰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਐਲਾਨ ਕਰ ਰਹੇ ਸਨ। ਉਧਰੋਂ ਔਰੰਗਜ਼ੇਬ ਆਪਣੇ ਐਲਾਨ ਜਾਰੀ ਕਰਦਾ ਸੀ ਤੇ ਇਧਰੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਹ ਯਾਦ ਰੱਖਣਾ ਉਹ ਸਮਾਂ ਐਸਾ ਸੀ ਕਿ ਜੇ 1663 ਈਸਵੀ ਨੂੰ ਕਰਨਾਲ ਦੇ ਲਾਗੇ 4 ਬੱਚੇ ਚੋਰ ਸਿਪਾਹੀ ਦੀ ਖੇਡ ਖੇਡਦਿਆਂ ਨੂੰ ਪਤਾ ਲੱਗਾ ਹੈ, ਔਰੰਗਜ਼ੇਬ ਨੂੰ ਸੂਈਏ ਨੇ ਜਾ ਕੇ ਖਬਰ ਦਿੱਤੀ ਕਿ ਇਹਨਾਂ ਬੱਚਿਆਂ ਦੇ ਵੀ ਇੱਕ ਬਾਦਸ਼ਾਹ ਬਣਿਆ ਹੋਇਆ ਹੈ, ਔਰ ਦੂਜਾ ਸਿਪਾਹੀ, ਤੀਜਾ ਥਾਣੇਦਾਰ ਤੇ ਚੌਥਾ ਜਿਹੜਾ ਹੈ ਉਹ ਬਾਦਸ਼ਾਹ ਬਣ ਕੇ ਬੈਠਾ ਹੈ। ਉਹਨੇ ਹੁਕਮ ਕੀਤਾ ਕਿ ਇਹਨਾਂ 4 ਬੱਚਿਆਂ ਨੂੰ ਕੈਦ ਕਰਕੇ ਕਤਲ ਕਰ ਦਿੱਤਾ ਜਾਵੇ, ਕਿਉਂਕਿ ਹਿੰਦੁਸਤਾਨੀਆਂ ਦੇ ਮਨ ਦੇ ਵਿੱਚ ਕਿਤੇ ਇਹ ਚਿੱਤ ਬਿਨਾ ਆ ਜਾਵੇ, ਚੇਤਾ ਬਿਨਾ ਆ ਜਾਵੇ ਕਿ ਜਿਹੜੇ ਹਿੰਦੁਸਤਾਨੀ ਲੋਕ ਹਨ ਇਹ ਵੀ ਬਾਦਸ਼ਾਹ ਬਣ ਸਕਦੇ ਨੇ। 4 ਬੱਚਿਆਂ ਦਾ ਕਤਲ ਕਰ ਦਿੱਤਾ ਸੀ। ਇਧਰ ਔਰੰਗਜ਼ੇਬ ਨੇ ਦੂਜਾ ਹੁਕਮਨਾਮਾ ਜਾਰੀ ਕੀਤਾ ਸੀ 1693 ਨੂੰ 20 ਨਵੰਬਰ ਨੂੰ ਦੱਖਣ ਦੇ ਕਿਲਕਲਾ ਸਥਾਨ ਤੋਂ ਕਿ ਜੋ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਸਾਧੂ ਕਹਿਲਾਂਦਾ ਹੈ, ਆਪਣੇ ਆਪ ਨੂੰ ਨਾਨਕ ਕਹਿਲਾਂਦਾ ਹੈ, ਉਹ ਜੇ ਤਾਂ ਸਾਧੂ ਬਣ ਕੇ ਰਹੇ, ਆਪਣੇ ਪੁਰਾਤਨ ਬਜ਼ੁਰਗਾਂ ਦੇ ਬਾਅਦ ਚੱਲੇ ਤਾਂ ਠੀਕ, ਨਹੀਂ ਤਾਂ ਅਨੰਦਪੁਰ ਨੂੰ ਉਜਾੜ ਦਿੱਤਾ ਜਾਵੇ, ਉਹਦਾ ਘਰ-ਕਾਟ ਤਬਾਹ ਕਰ ਦਿੱਤਾ ਜਾਵੇ। ਐਦਾਂ ਦੇ ਹੁਕਮਨਾਮੇ ਸਮੇਂ ਦੀ ਸਰਕਾਰ
ਦਿੱਲੀ ਦੀ ਸਰਕਾਰ ਜਾਰੀ ਕਰ ਰਹੀ ਸੀ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਐਲਾਨ ਕਰ ਰਹੇ ਸਨ, ਸੁਣੋ ਆਨੰਦ ਲਾਲੇ ਸਾਜ, ਪ੍ਰਗਟ ਕਰਾऊं ਆਪਣੋ ਰਾਜ, ਚਾਰ ਵਰਨ ਇੱਕ ਵਰਨ ਕਰਾऊं, ਵਾਹਿਗੁਰੂ का जाप जपाऊं, ਝੂਲਨ ਨੇਜੇ ਹਸਤੀ ਸਾਜੇ, द्वार द्वार पर नौबत बाजे। ਇਹਨਾਂ ਦੇ ਦਰਾਂ ਦੇ ਉੱਤੇ ਨੇਜੇ ਵਾਲੇ ਚੋਬਦਾਰ ਖੜਨਗੇ, ਚੋਬਾਂ ਲੈ ਕੇ ਇਹਨਾਂ ਦੇ ਦਰਾਂ ਦੇ ਉੱਤੇ ਨਗਾਰੇ ਵਜਾਣਗੇ, ਇਹ ਘੋੜਿਆਂ ਦੀ ਸਵਾਰੀ ਕਰਨਗੇ। ਐਦਾਂ ਦਾ ਅਣਖੀ ਜੀਵਨ ਜੀਉਣ ਦੇ ਲਈ ਜਗਤ ਗੁਰੂ ਨਾਨਕ ਪਾਤਸ਼ਾਹ ਨੇ ਜੋ ਗੁਰਤੀ ਦਿੱਤੀ, ਉਸੇ ਮਾਰਗ ਤੇ ਚੱਲਦਿਆਂ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਪਰਉਪਕਾਰੀ ਸਤਿਗੁਰੂ ਨੇ ਵੀ 4 ਲੜਾਈਆਂ ਲੜੀਆਂ। ਉਹਨਾਂ ਲੜਾਈਆਂ ਦੇ ਪਿੱਛੇ ਵੀ ਉਹੀ ਕਾਰਨ ਸੀ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਸੀ, ਪਹਿਲੇ ਨੰਬਰ ਤੇ ਤਿਨਕਾ ਤਾਜ ਨਹੀਂ ਤਿਨਕਾ ਬਾਜ ਨਹੀਂ ਹਮ ਦੇਣਾ, ਤਾਜ ਬਾਜ ਤੇ ਸਭ ਲੈਣਾ। ਕਿਉਂਕਿ ਬਾਜ ਰੱਖਣ ਦੀ ਇਜਾਜ਼ਤ ਨਹੀਂ ਸੀ ਹਿੰਦੁਸਤਾਨੀਆਂ ਨੂੰ, ਪਰ ਛੇਵੇਂ ਪਾਤਸ਼ਾਹ ਦੇ ਬਾਜ ਨੇ ਸ਼ਾਹੀ ਬਾਜ ਨੂੰ ਸੁੱਟ ਲਿਆ। ਤੇ ਜਦੋਂ ਬਾਦਸ਼ਾਹ ਸ਼ਾਹਜਹਾਨ ਨੂੰ ਪਤਾ ਲੱਗਾ, ਉਹਨੇ ਹੁਕਮ ਜਾਰੀ ਕੀਤਾ ਬਾਦਸ਼ਾਹ ਨੂੰ ਕਿ ਸਾਡਾ ਜਿਹੜਾ ਬਾਜ ਵਾਪਸ ਕੀਤਾ ਜਾਵੇ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇਹ ਐਲਾਨ ਕੀਤਾ ਸੀ, ਤਿਨਕਾ ਬਾਜ ਨਹੀਂ ਹਮ ਦੇਣਾ, ਰਾਜ देश का उनसे लैं, गरीब अनाथन को सब दे हैं। कोई निशा धन गुरु गोबिंद सिंह जी महाराज कह रहे हैं, खालसा सो जो चढ़े तरंग, खालसा सो जो करें नित जंग। खालसा पंथ ये रहत मर्यादा नील करके जित भी देखते हैं ਤਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਲਿਖਦੇ ਹਨ, ਖਾਲਸਾ ਸੋ ਜਿਨ ਤਨ ਮਨ ਧਨ ਅਕਾਲ ਪੁਰਖ ਨੂੰ ਸੌਂਪਿਆ ਹੈ। ਸਾਡੇ ਪ੍ਰਾਤਨ ਰਹਿਤਨਾਮੇ ਵਿੱਚ ਹੁਕਮ ਹੈ, ਕੀਓ ਜਦ ਬਚਨ ਸਤਿਗੁਰੂ ਕਰਨ ਕਾਰਨ, ਸਰਬ ਸੰਗਤ ਆਦ ਅੰਤ ਮੇਰਾ ਖਾਲਸਾ, ਮਾਨੇਗਾ ਹੁਕਮ तो होवेगा सिख सही, ना मानेगा हुक्म तो होवेगा बेहाल सा। पांच की कुसंगत संगत स्यों प्रीत करे, दया और धर्म धार त्यागे सब लालसा, हुक्का ना पीवे। ਜੋ ਸਾਨੂੰ ਜੀਵਨ ਜੁਗਤ ਦਿੱਤੀ। ਆਵਾਜ਼ ਆ ਰਹੀ ਜੀ? ਠੀਕ, ਹਾਂਜੀ ਹਾਂਜੀ ਆ ਰਹੀ ਜੀ, ਆਵਾਜ਼ ਆ ਰਹੀ ਜੀ। ਉਹਦੇ ਵਿੱਚ ਸਿੱਖ ਦੇ ਲਈ, ਅੱਛਾ ਜੀ, ਸਿੱਖ ਦੇ ਲਈ ਜਿਹੜੀ ਹੈ ਉਹ ਸੱਚੇ ਪਾਤਸ਼ਾਹ ਨੇ ਅੰਦਰਲੀ ਰਹਿਤ ਤੇ ਬਾਹਰਲੀ ਰਹਿਤ ਦੇ ਕੇ ਇਹ ਪੱਕਾ ਹੁਕਮ ਕੀਤਾ ਸੀ ਕਿ ਸਿੱਖ ਨੇ ਹਮੇਸ਼ਾ ਬਚਨ ਦਾ ਪੱਕਾ ਹੋਣਾ ਹੈ। ਰਤਨਾਮਾ ਭਾਈ ਨੰਦ ਲਾਲ ਜੀ ਵਿੱਚ ਹੁਕਮ ਹੈ, ਕਰੇ ਬਚਨ ਜੋ ਪਾਲੇ ਨਾਹੀ, ਕਹੇ ਗੋਬਿੰਦ ਸਿੰਘ ਸਠੌਰ ਨਾ ਠਾਈ। ਸਿੱਖ ਨੇ ਕਰੈਕਟਰ ਦਾ ਉੱਚਾ ਸੁੱਚਾ ਰਹਿਣਾ, ਜਿਹਦੇ ਬਾਰੇ ਮੈਂ ਪਹਿਲਾਂ ਦੱਸ ਦਿੱਤਾ। ਪਰ ਨਾਰੀ ਸੁਨੇ ਲਗਾਵੇ, ਕਹੇ ਗੋਬਿੰਦ ਸਿੰਘ ਬੈ ਸਿੱਖ ਨਾ ਭਾਵੇ। ਸਿੱਖ ਨੇ ਰਿਸ਼ਵਤ ਨਹੀਂ ਖਾਣੀ, 2 ਨੰਬਰ ਦੀ ਕਮਾਈ ਨਹੀਂ ਕਰਨੀ, ਵੱਡੀ ਨਹੀਂ ਖਾਣੀ, ਵੱਡੀ ਲੈ ਕੇ ਨਿਆਂ ਨਾ ਕਰੀਏ, ਝੂਠੀ ਸ਼ਾਖਾ ਕਬੂ ਨਾ ਭਰੀਏ। ਸਿੱਖ ਨੇ ਹਮੇਸ਼ਾ ਪ੍ਰਸ਼ਾਦ ਲੰਗਰ ਵੰਡ ਕੇ ਛਕਣਾ ਹੈ। ਜੋ ਪ੍ਰਸ਼ਾਦ ਛਕਣੇ ਲਗੇ, ਹਾਥ ਸੁਚੇਤ ਕਰੇ, ਹੱਥਾਂ ਨੂੰ ਸੁੱਚੇ ਕਰਕੇ ਛਕਣਾ। ਪਰ ਇਕੰਕੀ ਵੈ ਖਾਵੇ ਨਹੀਂ, ਔਰ ਨੂੰ ਵੀ ਦੇ। ਸਿੱਖ ਨੇ ਇਕੱਲਿਆਂ ਨੇ ਨਹੀਂ ਖਾਣਾ, ਬਲਕਿ ਵੰਡ ਛਕਣਾ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਸਾਡੇ ਲਈ ਹੁਕਮ ਹੋ ਗਿਆ ਸੀ। ਇੱਥੋਂ ਤੱਕ ਇਸ ਹੁਕਮ ਦੇ ਪਾਬੰਦ ਹੁੰਦੇ ਸਨ ਸਿੰਘ ਕਿ ਜਦੋਂ ਜੰਗਲਾਂ ਵਿੱਚ ਵੀ ਚਲੇ ਗਏ, ਪਹਿਲਾਂ 7ਵੇਂ ਪਾਤਸ਼ਾਹ ਨੇ ਮਰਜ਼ਾਦਾ ਬਣਾ ਦਿੱਤੀ ਸੀ ਕਿ ਲੰਗਰ ਛਕਣ ਵੇਲੇ ਸਿੱਖ ਨੇ ਨਗਾਰੇ ਤੇ ਚੋਟ ਲਾਣੀ ਹੈ, ਤਾਂ ਕਿ ਕੋਈ ਨੇੜੇ ਤੇੜੇ ਭੁੱਖਾ ਸੁੱਤਾ ਨਾ ਰਹਿ ਜਾਵੇ, ਜਿਹਨੂੰ ਪ੍ਰਸ਼ਾਦਾ ਨਾ ਮਿਲੇ। ਵੰਡ ਕੇ ਛਕਣ ਦੇ ਲਈ ਐਨੇ ਪਾਬੰਦ ਹੋ ਗਏ ਸਨ ਸਿੱਖ, ਜਦੋਂ ਕੋਲ ਨਗਾਰੇ ਵੀ ਨਹੀਂ ਹੁੰਦੇ ਸੀ, ਕੋਈ ਹੋਰ ਸਾਧਨ ਵੀ ਨਹੀਂ ਹੁੰਦੇ ਸੀ, ਉਸ ਵੇਲੇ ਸਿੰਘ ਉੱਚੀ ਆਵਾਜ਼ ਦਿੰਦੇ ਸਨ, ਆਪ ਪ੍ਰਸ਼ਾਦਾ ਮਿਲੇ, ਪੂਰਾ ਭੁੱਖ ਪੂਰੀ ਹੋਵੇ ਜਾਂ ਨਾ ਹੋਵੇ, ਪਰ ਜੇ ਇੱਕ ਫੁਲਕਾ ਵੀ ਮਿਲ ਗਿਆ ਉਹ ਵੀ ਵੰਡਣ ਦੇ ਲਈ ਆਵਾਜ਼ ਦਿੰਦੇ ਸਨ। ਜਦੋਂ ਨਾਦਰ ਸ਼ਾਹ ਅਬਦਾਲੀ ਨੇ ਪੁੱਛ ਕੀਤੀ ਸੀ ਜ਼ਕਰੀਆ ਖਾਨ ਦੇ ਕੋਲੋਂ ਕਿ ਉਹ ਜ਼ਕਰੀਆ ਖਾਨ, ਮੈਂ ਹਿੰਦੁਸਤਾਨ ਦੇ
बड़े बड़े योद्धियां नूं मिट्टी विच मिला दिता। मराठे मेरे सामने खड़न की जुरत नहीं कर सके। हरियाणे के जाटां नूं मिट्टी विच मिला दिता। ये कौन ने नंग धड़ंगे जे लोग जिन्हां दे कपड़े भी तन उत्ते पूरे नहीं, बड़े सुक्के वे जे इन्हां दे घोड़े ते सुक्के जे शरीर, पर मैनू कहरी हमला करके बख्त पा दिता। मैनू इन्हां दा पता, इन्हां दी कोई दस जानकारी तक इन्हां नूं नेश तो नाबूद कर सके। उस वेले जकरिया खान ने जड़ियां अनेकां सिफतां खालसे दियां नाਦਰ ਸ਼ਾਹ ਅਬਦਾਲੀ ਦੇ ਕੋਲ ਕੀਤੀਆਂ, ਉਹਨਾਂ 'ਚ ਇੱਕ ਇਹ ਵੀ ਸੀ ਕਿ ਵੰਡ ਛਕਣ ਦੇ ਕਿੰਨੇ ਪਾਬੰਦ ਹਨ ਕਿ ਜਦੋਂ ਇਹਨਾਂ ਨੂੰ ਕਿਤੇ ਪ੍ਰਸ਼ਾਦਾ ਮਿਲ ਜਾਵੇ, ਬੇਸ਼ੱਕ ਤੇ ਜੰਗਲ ਵਿੱਚ ਬੈਠੇ ਹੋਏ ਹੋਣ, ਪ੍ਰਸ਼ਾਦਾ ਪੂਰਾ ਵੀ ਨਾ ਹੋਵੇ, ਉਸ ਲਈ ਉੱਚੀ ਆਵਾਜ਼ ਵਿੱਚ ਕਹਿੰਦੇ ਹਨ, ਦੇ ਤਵਾਜਾ ਭੁੱਖਾ ਕੋਈ ਆਓ, ਦੇਗ ਤਿਆਗੁਰ ਹੋਈ। ਤੇ ਅਬਦਾਲੀ ਨੇ ਸਵਾਲ ਕੀਤਾ ਸੀ ਕਿ ਤਾਹੇ ਸਮੇਂ ਵੈਰੀ ਕਿਵੇਂ ਆਵੇ। ਤੇ ਜ਼ਕਰੀਆ ਖਾਨ ਕਹਿੰਦਾ, ਬਾਦਸ਼ਾਹ ਸਲਾਮਤ, ਪਰਮੀਤ ਸਮ ਤਾਹੇ ਛਕਾਵੇ, ਉਹਨੂੰ ਵੀ ਪਰਮ ਮਿੱਤਰ ਸਮਝ ਕੇ ਛਕਾ ਦਿੰਦੇ ਨੇ। ਕਹਿੰਦਾ ਜੇ ਇਹਨਾਂ ਨੂੰ ਨਾ ਬਚੇ, ਕਹਿੰਦਾ ਪਾਛੇ ਬਚੇ ਤੋਂ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤਾਇਆ ਹੈ। ਤੇ ਜਦੋਂ ਅਬਦਾਲੀ ਨੇ ਸਿੱਖਾਂ ਦੀ ਇਹ ਜੀਵਨ ਜੁਗਤ ਸੁਣੀ ਸੀ, ਉਸ ਵੇਲੇ ਕਹਿ ਉੱਠਿਆ, ਉਹ ਜ਼ਕਰੀਆ ਖਾਨ ਹੁਸ਼ਿਆਰਬਾਸ਼, ਕਿਉਂਕਿ ਅਜੀ ਕੌਮ ਬੂਏ ਬਾਦਸ਼ਾਹੀ ਮੈਂ ਆਇਦ है। ਜ਼ਕਰੀਆ ਖਾਨ ਹੁਸ਼ਿਆਰ ਹੋ ਜਾ, ਉਹ ਦਿਨ ਦੂਰ ਨਹੀਂ, ਮੈਨੂੰ ਇਸ ਕੌਮ ਦੇ ਕੋਲੋਂ ਬਾਦਸ਼ਾਹੀ ਦੀ ਬੂ ਆਂਦੀ ਹੈ। ਸੋ ਖਾਲਸਾ ਜੀ, ਤੁਹਾਡੀ ਰਹਿਣੀ ਰਹਿਤ ਨੂੰ ਤੱਕ ਕੇ, ਤੁਹਾਡੀ ਜੀਵਨ ਜੁਗਤ ਨੂੰ ਤੱਕ ਕੇ, ਅੱਜ ਵੀ ਕਿਸਾਨ ਮੋਰਚੇ ਦੇ ਰੂਪ ਵਿੱਚ ਜਿੱਥੇ ਖਾਲਸਾ ਡਟਿਆ ਹੋਇਆ ਹੈ, ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੈਵਾ ਸਿੱਖ ਬੈਠੇ ਹੋਏ ਨੇ ਪੰਜਾਬੀ, ਉਹਨਾਂ ਦੇ ਲੰਗਰ ਦੀ ਮਰਜ਼ਾਦਾ ਨੇ ਦੁਨੀਆ ਨੂੰ ਚਕਾਚੌਂਧ ਕਰ ਦਿੱਤਾ ਹੈ। ਔਰ ਸਮੇਂ ਦੀ ਸਰਕਾਰ ਨੂੰ ਵੀ ਉਹ ਸੇਵਾ ਦੇ ਵਿੱਚੋਂ ਵੀ ਜ਼ਕਰੀਆ ਖਾਨ ਵਾਂਗ ਬਾਦਸ਼ਾਹੀ ਦੀ ਬੋ ਆਣੀ ਸ਼ੁਰੂ ਹੋ ਗਈ। ਇਹ ਜੀਵਨ ਜੁਗਤ ਹੀ ਖਾਲਸੇ ਨੂੰ ਐਸੀ ਬਖਸ਼ੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਅੱਜ ਵੀ ਚੜ੍ਹਦੀ ਕਲਾ, ਖਾਲਸੇ ਦਾ ਜ਼ਾਹੋ ਜਲਾਲ ਉਸੇ ਤਰ੍ਹਾਂ ਕਾਇਮ ਰਹਿ ਸਕਦਾ ਹੈ ਜੇ ਖਾਲਸਾ ਗੁਰੂ ਹੁਕਮਾਂ ਦੇ ਮੁਤਾਬਕ ਚੱਲਦਾ ਹੋਇਆ ਆਪਣੇ ਨਿਆਰੇਪਣ ਨੂੰ ਖਾਸ ਰੱਖੇ। ਔਰ ਜਿਸ ਤਰ੍ਹਾਂ ਮਾਣ ਕੀਤਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿ ਖਾਲਸਾ ਤਾਂ ਮੇਰਾ ਰੂਪ ਖਾਸ ਬਣ ਗਿਆ, ਉਹ ਤਾਂ ਹੀ ਕੀਤਾ ਸੀ, ਨਹੀਂ ਤਾਂ ਦੁਨੀਆ ਦੇ ਪੈਗੰਬਰਾਂ ਨੇ, ਅਵਤਾਰਾਂ ਨੇ ਸੇਵਕਾਂ ਨੂੰ ਸੇਵਕ ਹੀ ਰੱਖਿਆ, ਚੇਲਿਆਂ ਨੂੰ ਚੇਲੇ ਹੀ ਰੱਖਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਬਖਾਨੀ ਹੈ। ਕਵੀ ਨਿਹਾਲ ਸਿੰਘ ਨੇ ਕਿਹਾ ਸੀ, ਉਹ ਕਿਹੜੀ ਬਾਣੀ ਸੀ ਜਿਹਦੇ ਸੱਚੇ ਪਾਤਸ਼ਾਹ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਔਰ ਬੜੀ ਲੰਬੀ ਲਿਸਟ ਦੇ ਕੇ ਟਾਈਮ ਇਜਾਜ਼ਤ ਨਹੀਂ ਦਿੰਦਾ, ਸਤਿਗੁਰੂ ਨੇ ਕਿਹਾ ਸੀ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ ਹੈ ਖਾਲਸਾ, ਤੂੰ ਵਿਸ਼ਾਲ ਇੱਕ ਸਾਗਰ ਹੈ, ਮੈਂ ਤੇਰੀ ਨਿੱਕੀ ਜਿਹੀ ਬੂੰਦ ਹਾਂ ਉਸ ਖਾਲਸਾ ਰੂਪੀ ਸਾਗਰ ਦੀ। ਜੇ ਤੈਨੂੰ ਵਿਸ਼ਵਾਸ ਨਹੀਂ, ਮੈਂ ਕਸਮ ਖਾ ਕੇ ਕਹਿੰਦਾ ਹਾਂ, ਜਾਂ ਮੈਂ ਰੰਚ ਨਾ ਮਿਥਿਆ ਭਾਖੀ, ਮੈਂ ਇੱਕ ਰਾਈ ਮਾਤਰ ਵੀ ਇਹਦੇ ਚ ਮਿਥਿਆ ਬਚਨ ਭਾਵ ਝੂਠੇ ਬਚਨ ਨਹੀਂ ਕੀਤੇ। ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਪਰਿਪੂਰਨ ਪਰਮਾਤਮਾ ਵਾਹਿਗੁਰੂ ਤੇ ਗੁਰੂ ਨਾਨਕ ਪਾਤਸ਼ਾਹ ਮੇਰੇ ਗਵਾਹ ਹਨ। ਮੈਂ ਉਹਨਾਂ ਨੂੰ ਗਵਾਹ ਕਹਿ ਕੇ, ਗਵਾਹ ਮੰਨ ਕੇ ਇਹ ਗੱਲ ਕਹਿੰਦਾ ਹਾਂ, ਖਾਲਸਾ ਰੋਮ ਰੋਮ ਜੇ ਰਸਨਾ ਪਾਉਂ, ਤਦਬ ਖਾਲਸਾ ਜਸ ਤੋਏ ਗਾਉਂ। ਤੇ ਜਿੰਨੀਆਂ ਮੇਰੇ ਸਰੀਰ ਦੇ ਉੱਤੇ ਰੋਮ ਹਨ, ਜੇ ਅਕਾਲ ਪੁਰਖ ਵਾਹਿਗੁਰੂ ਇੰਨੀਆਂ ਜੀਭਾਂ ਲਾ ਦੇਵੇ, ਖਾਲਸਾ ਮੈਂ ਤਾਂ ਵੀ ਤੇਰੇ ਹੀ ਗੁਣ ਗਾਉਂਦਾ ਰਹਾਂਗਾ। ਇਸ ਲਈ ਖਾਲਸਾ ਜੀ, ਆਪਣੇ ਪ੍ਰਕਾਸ਼ ਦਿਹਾੜੇ ਤੇ ਸੁਚੇਤ ਹੋਵੋ। ਦੇਖੋ ਕਿਤੇ ਅਸੀਂ ਗੁਰੂ ਦੱਸੀ ਜੀਵਨ ਜੁਗਤ ਨੂੰ ਭੁਲਾ ਕੇ ਉਸੇ ਹੀ ਜ਼ਿਲਣ ਦੇ ਵਿੱਚ, ਉਸੇ ਹੀ ਬ੍ਰਹਮਣਵਾਦੀ ਵਿਚਾਰਾਂ ਦੇ ਵਿੱਚ, ਅਨਵਤੀ ਖਿਆਲਾਂ ਦੀ ਡੂੰਘੀ ਖੱਡ ਦੇ ਵਿੱਚ ਤਾਂ ਨਹੀਂ ਡਿੱਗਦੇ ਜਾ ਰਹੇ। ਸ਼ਾਇਦ ਇਹੀ ਕਾਰਨ ਸੀ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਜਾਵੇ ਗਾਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਖਾਲਸੇ ਨੇ ਆਪਣਾ ਨਿਆਰਾਪਣ ਆਪਣੇ ਵਿਆਹ ਸ਼ਾਦੀ ਖੁਸ਼ੀ ਗਮੀ ਮਰਨੇ ਪਰਨੇ ਸਮੇਂ ਦੇਖਣਾ ਹੈ। ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਨੂੰ ਆਪਣੇ ਘਰਾਂ ਵਿੱਚ ਰੱਖਿਆ ਕਰੋ। ਜਿਹੜੇ ਕਾਰਜ ਹੁੰਦੇ ਨੇ ਜੇ ਉਹ ਮਰਜ਼ਾਦਾ ਦੇ ਮੁਤਾਬਕ ਨਹੀਂ, ਭਾਵੇਂ ਘਰ ਵਿੱਚ ਬੱਚੇ ਦਾ ਜਨਮ ਦਿਨ ਹੈ ਤੇ ਭਾਵੇਂ ਘਰ ਦੇ ਵਿੱਚ ਕੋਈ ਸੋਗ ਦਾ ਦਿਨ ਹੈ, ਕੋਈ ਦੁਕਾਨ, ਕੋਈ ਮਕਾਨ ਦਾ ਮਹੂਰਤ, ਕੋਈ ਕਿਸੇ ਕਿਸਮ ਦਾ ਵੀ
ਜੋ ਮੁਹੂਰਤ ਦਾ ਮਤਲਬ ਸ਼ੁਰੂਆਤ। ਦੇਖੋ ਅਨਮਤੀ ਲੇਸ ਮਾਤਰ ਵੀ ਕੋਈ ਸਾਡੇ ਘਰ ਦੇ ਵਿੱਚ ਅਨਮਤੀ ਦੀ ਰੀਤ ਤਾਂ ਨਹੀਂ। ਇਹਲੇ ਖਾਲਸੇ ਨੇ ਅੰਦਰੋਂ ਤੇ ਬਾਹਰੋਂ ਨਿਰਾਪਣ ਕਾਇਮ ਕਰਕੇ ਉਸੇ ਹੀ ਜ਼ਾਹੋ ਜਲਾਲ ਨੂੰ ਕਾਇਮ ਕਰਨਾ ਹੈ। ਇਹ ਵਿਸਾਖੀ ਦਾ ਦਿਹਾੜਾ ਸਾਨੂੰ ਹਰ ਸਾਲ ਸੁਚੇਤ ਕਰਦਾ ਹੈ। ਸੋ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਖਾਲਸਾ ਪੰਥ ਜੀ ਦਾ ਪ੍ਰਕਾਸ਼ ਹੋਇਆ ਔਰ ਆ ਵਿਸਾਖੀ ਦੇ ਉੱਤੇ ਖਾਲਸਾ ਪੰਥ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ। ਉਸੇ ਪਾਵਨ ਧਰਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 3 ਦਿਨਾਂ ਗੁਰਮਤਿ ਸਮਾਗਮ ਜਿਹੜੇ ਨੇ 11, 12, 13 ਨੂੰ ਪ੍ਰਾਰੰਭ ਹੋ ਜਾਣਗੇ ਔਰ ਸੰਪੂਰਨ ਹੋਣਗੇ। ਜੋ ਮੀਡੀਆ ਦੇ ਰਾਹੀਂ ਜਾਂ ਟੀਵੀ ਚੈਨਲਾਂ ਦੇ ਰਾਹੀਂ ਇਹ ਪ੍ਰੋਗਰਾਮ ਨਾਲ ਦੀ ਨਾਲ ਲਾਈਵ ਹੁੰਦੇ ਹਨ, ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਾਂਗਾ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੇ ਜਿਸਮਾਨੀ ਤੌਰ ਤੇ ਹਾਜ਼ਰੀ ਨਹੀਂ ਲਵਾ ਸਕਦੇ ਤਾਂ ਮਾਨਸਿਕ ਤੌਰ ਤੇ ਆਪਣੀਆਂ ਚਿੱਤ ਬਿਰਤੀਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਔਰ ਤਖਤ ਸਾਹਿਬ ਤੋਂ ਮਿਲਦੀ ਹੋਈ ਜੀਵਨ ਜਾਚ ਨਾਲ ਆਪਣੇ ਜੀਵਨ ਨੂੰ ਢਾਲ ਕੇ ਇਹ ਲੋਕ ਸੁਖੀਏ ਪਰਲੋਕ ਸਹੇਲੇ ਕਰਨ ਦੀ ਕੋਸ਼ਿਸ਼ ਕਰੀਏ। ਸਾਡੇ ਇਤਿਹਾਸਕ ਦਿਹਾੜੇ ਮਨਾਏ ਹੋਏ ਤਾਂ ਹੀ ਸਫਲ ਹਨ ਜੇ ਗੁਰੂ ਦੱਸੀ ਜੀਵਨ ਜੋਤ ਦੇ ਮੁਤਾਬਕ ਅਸੀਂ ਸੱਚਮੁੱਚ ਆਨੰਦਪੁਰ ਦੇ ਵਾਸੀ ਬਣ ਜਾਈਏ, ਕਿਤੇ ਮੱਖੋ ਵਾਲੀਏ ਨਾ ਰਹਿ ਜਾਈਏ। ਕਿਸੇ ਤਖਤ ਤੇ ਜਾ ਕੇ ਅੰਮ੍ਰਿਤ ਛਕ ਲਓ, ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਅੰਮ੍ਰਿਤ ਛਕ ਲਓ, ਤੁਹਾਨੂੰ ਗੁਰੂ ਰੂਪ ਪੰਜ ਪਿਆਰੇ ਹੁਕਮ ਕਰਦੇ ਨੇ। ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਤੁਹਾਡਾ ਜਨਮ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਵਾਸੀ ਤੁਸੀਂ ਆਨੰਦਪੁਰ ਦੇ। ਸੋ ਕੇਵਲ ਅਸੀਂ ਜਿਸਮਾਨੀ ਤੌਰ ਤੇ ਇੱਥੇ ਆਨੰਦਪੁਰ ਦੇ ਵਾਸੀ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਵੀ ਜੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਦਸ਼ਮੇਸ਼ ਪਿਤਾ ਦੇ ਹੁਕਮਾਂ ਦੇ ਮੁਤਾਬਕ ਜੀਵਨ ਢਾਲੋਗੇ ਤੇ ਤੁਸੀਂ ਦੇਸ਼ ਸੰਸਾਰ ਦੇ ਕੋਨੇ-ਕੋਨੇ ਵਿੱਚ ਬੈਠੇ ਹੋਏ ਵੀ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਵਾਂਗੇ। ਨਹੀਂ ਤਾਂ ਅਸੀਂ ਫਿਰ ਮਾਖੋ ਇੱਕ ਦੈਂਤ ਸੀ। ਦੈਂਤ ਦਾ ਮਤਲਬ ਸੰਸਾਰ ਵਿਰੋਧੀ, ਸਮਾਜ ਵਿਰੋਧੀ ਅੰਸਰ ਸੀ। ਉਹਦੀ ਜੀਵਨ ਜੁਗਤ ਠੀਕ ਨਹੀਂ ਸੀ। ਉਹਦਾ ਦੂਜਾ ਭਰਾ ਮਾਟੋ ਸੀ। ਇਹਨਾਂ ਨੇ 2 ਪਿੰਡ ਵਸਾਏ, ਇੱਕ ਮਖਵਾਲ ਤੇ ਇੱਕ ਮਟੌਰ ਨਾਲ ਲੱਗਦਾ ਹੀ ਪਿੰਡ ਜਿੱਥੇ ਖਾਲਸਾ ਕਾਲਜ ਸਥਿਤ ਹੈ। ਉਹਨੂੰ ਮਾਟੋ ਨੇ ਉਹਦੇ ਦੂਜੇ ਭਰਾ ਨੇ ਵਸਾਇਆ ਸੀ। ਪਰ ਗੁਰੂ ਪਾਤਸ਼ਾਹ ਨੇ ਮਾਖੋ ਤੇ ਮਾਟੋ ਦੋਨਾਂ ਨੂੰ ਸਿੱਧੇ ਰਸਤੇ ਪਾ ਕੇ ਗੁਰੂ ਦੱਸੀ ਜੀਵਨ ਜੁਗਤ ਦੇ ਮੁਤਾਬਕ ਉਹਨਾਂ ਨੂੰ ਗੁਰਮਤਿ ਦੀ ਗੁੜਤੀ ਦਿੱਤੀ, ਪ੍ਰਚਾਰਕ ਥਾਪ ਦਿੱਤੇ। ਉਹਨਾਂ ਤੋਂ ਇਹ ਜਗ੍ਹਾ ਜਿਹੜੀ ਸੀ 2 ਪਿੰਡ ਤੇ 3 ਪਿੰਡ ਹੋਰ ਖਰੀਦ ਕੇ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਸਾਈ ਸੀ। ਆਓ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਇਸ ਪਾਵਨ ਨਗਰੀ ਨੂੰ ਨਤਮਸਤਕ ਹੋ ਕੇ ਗੁਰੂ ਦੱਸੀ ਜੀਵਨ ਜੁਗਤ ਨੂੰ ਅਪਣਾ ਕੇ ਆਪਣਾ ਜੀਵਨ ਲੋਕ ਸੁਖੀਏ ਤੇ ਪਰਲੋਕ ਸਹੇਲੇ ਦੇ ਅਨੁਸਾਰ ਸਫਲਾ ਕਰੀਏ। ਹੋਈਆਂ ਭੁੱਲਾਂ ਗਲਤੀਆਂ ਲਈ ਕਿਉਂਕਿ ਸਿਹਤ ਵੀ ਬੜੀ ਖਰਾਬ ਸੀ। ਮੈਂ ਵੀਰ ਜੀ ਨੂੰ, ਹਰਜੀਤ ਸਿੰਘ ਉਹਨਾਂ ਨੂੰ ਪਰਸੋਂ ਹੀ ਕਿਹਾ ਸੀ ਕਿ ਤਿਆਰ ਰੱਖਿਓ ਕੋਈ ਬਦਲ, ਐਸਾ ਨਾ ਹੋਵੇ ਕਿ ਮੈਂ ਬੋਲ ਹੀ ਨਾ ਸਕਾਂ। ਪਹਿਲਾਂ ਜੀਭ ਵੀ ਬੜੀ ਅਟਕੀ, ਭੁਲੇਖਾ ਵੀ ਬੜਾ ਲੱਗਿਆ, ਪਰ ਤੁਸੀਂ ਉਹ ਗਲਤੀਆਂ ਮੁਆਫ ਕਰ ਦੇਣੀਆਂ। ਬਾਣੀ ਦੇ ਪ੍ਰਮਾਣ ਬੋਲਦੇ ਆ, ਰਹਿਤ ਮਰਜ਼ਾਦਾ ਸਿੱਖ ਇਤਿਹਾਸ ਦੇ ਪ੍ਰਮਾਣ ਬੋਲਦਿਆਂ ਹੋਈਆਂ ਭੁੱਲਾਂ ਗਲਤੀਆਂ ਲੈ ਕੇ ਮਾਂਜੀ ਇੱਕ ਵਾਰੀ ਫੇਰ ਖਾਲਸਾ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਹੋਇਆ ਸਮੂਹ ਸੰਗਤ ਤੋਂ ਭੁੱਲਾਂ ਗਲਤੀਆਂ ਲੈ ਕੇ ਮੈਂ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਪ੍ਰਿੰਸੀਪਲ ਜੀ, ਆਪ ਜੀ ਨੇ ਬੜੀ ਭਰਪੂਰ ਜਾਣਕਾਰੀ ਬਖਸ਼ਿਸ਼ ਕੀਤੀ ਹੈ। ਦਰਅਸਲ ਵਿਸਾਖੀ ਤਾਂ ਹੈ ਹੀ ਹੁਕਮ ਮੰਨਣ ਦਾ ਸਿਖਰ ਹੈ। ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੀ ਸ਼ੁਰੂਆਤ ਕੀਤੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਇਹ ਹੁਕਮ ਮੰਨਣ ਦਾ ਇੱਕ ਸਿਖਰ ਸੀ ਜੋ ਪੰਜਾਂ ਨੇ ਆਪਣੇ ਸੀਸ ਭੇਟ ਸਤਿਗੁਰੂ ਜੀ ਦੇ ਅੱਗੇ ਕੀਤੇ। ਇਹ ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਇਹ ਹੈ ਸਿੱਖੀ ਦੀ ਉਹ ਸਿੱਖੀ ਦਾ ਸਿਖਰ ਜੋ ਇਹਨਾਂ ਪੰਜਾਂ ਨੇ ਸਤਿਗੁਰੂ ਜੀ ਨੂੰ ਆਪਣੇ ਆਪ ਦਾ ਅਰਪਣ ਕਰਕੇ ਸਾਡੇ ਸਾਹਮਣੇ ਰੱਖਿਆ। ਪ੍ਰੀਤ ਨਿਭਦੀ ਤਾਂ ਹੈ ਜੇ ਆਪਣਾ ਆਪ ਕੁਰਬਾਨ ਕਰਨ ਦੀ ਜਾਚ ਆ ਜਾਏ। ਪ੍ਰੀਤ ਦੀ ਦੁਨੀਆ 'ਚ ਕਦੀ ਇਹ ਨਹੀਂ ਚੱਲਦਾ ਕਿ ਅਸੀਂ ਮਰਜ਼ੀ ਵੀ ਕਰੀ ਜਾਈਏ ਤੇ ਪ੍ਰੀਤ ਵੀ ਨਿਭਾਉਣੀ ਚਾਹੀਏ। ਇੱਥੇ ਸਲਾਮ ਵੀ ਕਰੀ ਜਾਈਏ, ਜਵਾਬ ਵੀ ਦੇਈ ਜਾਈਏ, ਮੁਰਸ਼ਦ ਵੀ ਆਖੀਏ ਤੇ ਹੁਜਤਾਂ ਵੀ ਕਰੀਏ, ਇਹ ਨਹੀਂ ਚੱਲਦਾ। ਦੋਨੇ ਵਿਰੋਧੀ ਭਾਵਨਾਵਾਂ ਕਦੀ ਸਾਨੂੰ ਕਿਤੇ ਵੀ ਪਹੁੰਚਣ ਨਹੀਂ ਦੇਣਗੀਆਂ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਇਹ ਤਾਂ ਕੁੱਥੇ ਵਾਲੀ ਗੱਲ ਹੈ। ਇਹ ਤਾਂ ਚਾਕਰ ਲੱਗੇ ਚਾਕਰੀ, ਨਾਲੇ ਗਾਰੋ ਬਾਦ, ਗੱਲਾਂ ਕਰੇ ਘਨੇਰੀਆਂ ਕਸਬਨਾ,
ਪਾਏ ਸਾਧ, ਇਹ ਉਹ ਹੈ। ਆਸ਼ਿਕ ਉਹ ਹੁੰਦਾ ਹੈ ਜੋ ਲੇਖੇ ਨਹੀਂ ਕਰਦਾ। ਆਸ਼ਿਕ ਕੁਰਬਾਨ ਹੁੰਦਾ ਹੈ। ਆਸ਼ਿਕ ਲੇਖਾ ਨਹੀਂ ਕਰਦਾ ਵੀ ਇਹਦੇ ਬਦਲੇ 'ਚ ਕੀ ਮਿਲੇਗਾ। ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਜਿਹੜੇ ਲੇਖੇ ਕਰਕੇ ਹਿਸਾਬ ਕਿਤਾਬ ਕਰ ਦੋ, ਆਸ਼ਿਕ ਨਹੀਂ ਹੁੰਦਾ। ਆਸ਼ਿਕ ਨੇ ਤਾਂ ਆਪਣਾ ਆਪ ਨੂੰ ਕੁਰਬਾਨ ਕਰ ਦੇਣਾ। ਤੇ ਜਦੋਂ ਇਹਨਾਂ ਨੇ ਕੁਰਬਾਨ ਕੀਤਾ, ਗੁਰੂ ਨੇ ਰਹਿਤ ਦਿੱਤੀ, ਗੁਰੂ ਨੇ ਕੁਰੈਤਾਂ ਤੋਂ ਬਚਣ ਦੀ ਗੱਲ ਕੀਤੀ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੂੰਹੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ। ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ, ਕੜਾ ਨਹੀਂ ਇਹ ਕੜੀਆਂ ਗਈਆਂ ਮਾਰੀਆਂ ਨੇ। ਕੱਛ ਇਹ ਕੀ ਜੱਤ ਤੇ ਸੱਤ ਹੈ, ਇਹਦੇ ਵਿੱਚ ਹੀ ਬਰਕਤਾਂ ਭਾਰੀਆਂ ਨੇ। ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਤਾਈਓ ਪਿਤਾ ਕਿਰਪਾਨ ਦਾ ਦਾਨ ਦਿੱਤਾ। ਡਰਦਾ ਰਹੇਗਾ ਕਾਲ ਵੀ ਉਸ ਕੋਲੋਂ, ਖੰਡੇ ਧਾਰ ਦਾ ਅੰਮ੍ਰਿਤ ਜਿਹਨੇ ਪਾਨ ਕੀਤਾ। ਅੱਜ ਅਸੀਂ ਗੱਲਾਂ ਕਰਦੇ ਹਾਂ, ਜੇ ਗੁਰੂ ਸਾਹਿਬ ਕੇਸ ਰੱਖਣ ਦਾ ਹੁਕਮ ਨਾ ਕਰਦੇ ਕਿੰਨਾ ਚੰਗਾ ਹੁੰਦਾ। ਜੇ ਗੁਰੂ ਜੀ ਇਹ ਇਤਨੀ ਕਰੜੀ ਰਹਿਤ ਨਾ ਦਿੰਦੇ ਤਾਂ ਕਿੰਨਾ ਚੰਗਾ ਹੁੰਦਾ। ਜੇ ਗੁਰੂ ਜੀ ਭਲਕੇ ਉੱਠ ਹਰ ਨਾਮ ਧਿਆਵੇ ਦੀ ਗੱਲ ਦੀ ਬੰਦਿਸ਼ ਨਾ ਲਾਉਂਦੇ, ਤਾਂ ਅੱਜ ਅੰਮ੍ਰਿਤ ਵੇਲੇ ਦੀ ਗੱਲ ਨਾ ਪਾਉਂਦੀਆਂ ਲਾਉਂਦੇ, ਸਾਰਾ ਸੰਸਾਰ ਹੀ ਗੁਰੂ ਕਾ ਸਿੱਖ ਬਣ ਜਾਂਦਾ। ਇਹ ਖਿਆਲ ਕਮਜ਼ੋਰ ਮਨ ਵਿੱਚੋਂ ਨਿਕਲਦੇ ਨੇ। ਮਾਫ ਕਰਨਾ, ਇਹ ਜਿਹੜੇ ਵਿਚਾਰ ਹਨ, ਇਹ ਜਿਹੜੇ ਖਿਆਲ ਹਨ, ਇਹ ਕਮਜ਼ੋਰ ਮਨ ਵਿੱਚੋਂ ਨਿਕਲਦੇ ਨੇ। ਹੁਕਮੀ ਬੰਦੇ ਦੇ ਅੰਦਰੋਂ ਇਹ ਵਿਚਾਰ ਨਹੀਂ ਨਿਕਲਦੇ। ਜਿਹੜਾ ਹੁਕਮੀ ਬੰਦਾ ਹੈ ਉਹ ਕਦੀ ਵੀ ਇਹੋ ਜਿਹੇ ਵਿਚਾਰ ਨਹੀਂ ਕਰਦਾ। ਇਹ ਗੱਲ ਪੱਕੀ ਧਾਰ ਲੈਣੀ ਚਾਹੀਦੀ ਹੈ ਕਿ ਡਾਲ ਨਾਲ ਲੱਗਿਆ ਅੰਬ ਪੱਕਦਾ ਹੈ, ਡਾਲ ਨਾਲ ਲੱਗਿਆ ਹੋਇਆ ਅੰਬ ਹੀ ਮੁੱਲ ਪਵਾਉਂਦਾ ਹੈ। ਜਿਹੜਾ ਸਿਦਕ ਤੋਂ ਡੋਲ ਗਿਆ ਉਹ ਜੀਵਨ ਦੀ ਬਾਜੀ ਹਾਰ ਗਿਆ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਡਾਲ ਨਾਲ ਲੱਗਿਆ ਤਾਂ ਹੋਇਆ, ਪਰ ਹਨੇਰੀ ਦੇ ਨਾਲ ਉਹ ਹਿੱਲ ਜਾਂਦਾ ਮੂਲ ਤੋਂ। ਤੇ ਜਦੋਂ ਮੂਲ ਤੋਂ ਹਿੱਲ ਜਾਂਦਾ ਫਿਰ ਉਹ ਪੱਕਦਾ ਨਹੀਂ। ਤੇ ਜਦੋਂ ਪੱਕਦਾ ਨਹੀਂ, ਉਹਦਾ ਮੁੱਲ ਵੀ ਨਹੀਂ ਪੈਂਦਾ, ਉਹਨੂੰ ਕੱਢ ਕੇ ਪਰਾਂ ਸੁੱਟ ਦਿੱਤਾ ਜਾਂਦਾ। ਜਿਹੜਾ ਕਬੀਰ ਸਾਹਿਬ ਸਲੋਕ ਦੇ ਨਾ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚਿਓ ਖਸਮ ਕੋ, ਜੋ ਬੀਜ ਨਾ ਖਾਈ ਕਾਂਬ। ਪ੍ਰਵਾਨ ਉਹੀ ਹੋਣਾ ਜਿਹੜਾ ਖਸਮ ਦੇ ਦਰ ਤੇ ਜਿਹੜਾ ਪੂਰਾ ਸਾਬਤ ਹੋ ਕੇ ਨਿਕਲਦਾ ਹੈ, ਡਾਲ ਨਾ ਲੱਗਿਆ ਰਹੇ। ਤੋ ਪ੍ਰੀਤ ਅਸਲ ਚ ਉਹੀ ਹੈ ਜਦੋਂ ਸੇਵਕ ਦਾ ਲੂੰ ਲੂੰ ਰੋਮ ਰੋਮ ਉਹ ਪ੍ਰੀਤ ਦੀ ਗੱਲ ਸੁਣ ਕੇ ਖਿੜ ਜਾਏ। ਇਹ ਹੈ ਸੀਸ ਭੇਟ ਕਰਨ ਵਾਲਿਆਂ ਦਾ ਇਤਿਹਾਸ, ਜਿਨ੍ਹਾਂ ਨੇ ਸਾਨੂੰ ਸਿਰਜਣਾ ਦਾ ਅਸਰੂਪ ਬਖਸ਼ਿਆ, ਆਰੂਪ ਬਖਸ਼ਿਆ। ਪਰ ਬਖਸ਼ਿਆ ਤੂੰ ਰੂਪ ਮੈਨੂੰ ਆਪਣਾ, ਪਰ ਰੂਪ ਮੈਂ ਅੱਜ ਹੋਰ ਹੀ ਕੁਝ ਧਾਰਿਆ। ਕੇਸ ਵੀ ਮੇਰੇ ਅਮਾਨਤ ਸੰਤ ਤੇਰੀ, ਪਰ ਮੈਂ ਤੇਰੇ ਕੇਸਾਂ ਤੇ ਡਾਕਾ ਮਾਰਿਆ। ਵਾਹ ਵਾਹ ਤੂੰ ਇਤਬਾਰ ਇੰਨਾ ਕਰ ਲਿਆ, ਪੁੱਤ ਆਖਿਆ ਤੇ ਬਖਸ਼ੀਆਂ ਸਰਦਾਰੀਆਂ, ਪਰ ਮੈਂ ਆਪਣੇ ਕੇਸਾਂ ਤੇ ਚਲਾ ਕੇ ਕੈਂਚੀਆਂ ਕੀਮਤਾਂ ਵਾਹ ਨੇ ਤੈਨੂੰ ਉਤਾਰੀਆਂ। ਬਖਸ਼ ਸਕੇ ਤਾਂ ਬਖਸ਼ ਨਹੀਂ ਮੇਰੇ ਪ੍ਰੀਤਮਾ, ਤੇਰੇ ਪੁੱਤਰਾਂ ਤੇਰੇ ਨਾਲ ਕੀਤੀਆਂ ਗਜ਼ਾਰੀਆਂ। ਦੁਸ਼ਮਣਾਂ ਤੇ ਕੀ ਗਲਾਈ ਪਾਤਸ਼ਾਹਾਂ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਖੁਦ ਸਰਦਾਰੀਆਂ। ਫਿਰ ਐਸੀ ਅਵਸਥਾ ਨਾ ਬਣੇ। ਅਸੀਂ ਇਸ ਵਿਸਾਖੀ ਦੇ ਦਿਹਾੜੇ ਨੂੰ ਇਹ ਗੱਲ ਸਮਝੀਏ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਦੀ, ਪੰਧ ਜਲੰਦੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖਣੇ ਖਾਲੀ। ਬਹੁਤ ਬਹੁਤ ਧੰਨਵਾਦ ਜੀ ਪ੍ਰਿੰਸੀਪਲ ਸਾਹਿਬ, ਆਪ ਜੀ ਨੇ ਬਹੁਤ ਹੀ ਪਿਆਰੇ ਬੋਲ ਸਾਡੇ ਨਾਲ ਸਾਂਝੇ ਕੀਤੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵਿਰਾਜਾ ਸਿੰਘ ਜੀ ਨੂੰ, ਨਵੇਂ ਆਏ ਸਾਡੇ ਨਾਲ ਜਾਣਕਾਰੀ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।